ਚੋਣ ਕਮਿਸ਼ਨ ਨੇ ਜਿਹੜੀ ਐਲਾਨ ਕਰਨ ਸਮੇਂ ਭੂਮਿਕਾ ਬੰਨੀ ਹੈ, ਉਸ ਭੂਮਿਕਾ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਉਹਨਾਂ ਨੇ ਕੋਵਿਡ ਪ੍ਰੋਟੋਕਾਲ ਦੀ ਗੱਲ ਕੀਤੀ ਹੈ। ਰੈਲੀਆਂ ਤੇ ਮੁਕੰਮਲ ਪਾਬੰਦੀ ਰਹੇਗੀ 15 ਜਨਵਰੀ ਤੱਕ। ਭਾਵ ਉਦੋਂ ਤੱਕ ਜਾਇਜ਼ਾ ਲਿਆ ਜਾਵੇਗਾ ਦੁਬਾਰਾ ਸਿਹਤ ਸਕੱਤਰਾਂ ਦੇ ਨਾਲ ਗੱਲਬਾਤ ਕਰਕੇ ਕਿ ਕਿੱਥੇ ਕਿੰਨੇ ਕੇਸ ਆ ਰਹੇ ਨੇ ਓਮਿਕਰੋਨ ਦੇ ਜਾਂ ਪੁਰਾਣੇ ਕਰੋਨਾ ਵਾਇਰਸ ਦੇ ਜਿਹੜਾ ਵੇਰੀਐਂਟ ਆ ਉਹਦੇ, ਜਾਂ ਟੀਕਾਕਰਨ ਕਿੱਥੇ ਕਿੰਨਾ ਕੁ ਹੋ ਗਿਆ ਤੇ ਕਿੰਨਾ ਕੁ ਅਸਰ ਹੋ ਰਿਹਾ। ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕੀਤਾ ਹੈ ਕਿ ਨਾ ਕੋਈ ਸਾਈਕਲ ਯਾਤਰਾ, ਨਾ ਕੋਈ ਪੈਦਲ ਯਾਤਰਾ, ਨਾ ਕੋਈ ਨੁੱਕੜ ਮੀਟਿੰਗ ਤੇ ਨਾ ਕੋਈ ਹੋਰ ਕਿਸੇ ਕਿਸਮ ਦਾ ਚੋਣ ਪ੍ਰਚਾਰ, ਇਹ ਸਭ ਕੁਝ ਕੈਂਸਲ ਹੋਵੇਗਾ। ਬਹੁਤੇ ਸਾਰੇ ਮੁਲਕਾਂ ਦੇ ਵਿੱਚ ਈਵੀਐਮ ਮਸ਼ੀਨਾਂ ਅਜੇ ਵੀ ਵਿਕਸਿਤ ਮੁਲਕਾਂ ਦੇ ਵਿੱਚ ਨਹੀਂ ਹੈ, ਸ਼ਾਇਦ ਉਹਨਾਂ ਨੂੰ ਯਕੀਨ ਨਹੀਂ ਹੈ ਸਿਸਟਮ ਤੇ ਕਿ ਈਵੀਐਮ ਮਸ਼ੀਨਾਂ ਸਸਤਾ ਤੇ ਸੌਖਾ ਵਧੀਆ ਸਾਧਨ ਹੈ। ਈਵੀਐਮ ਮਸ਼ੀਨਾਂ ਤੇ ਭਾਵੇਂ ਸਵਾਲ ਵੀ ਉੱਠਦੇ ਰਹੇ ਨੇ, ਪਰ ਫਿਰ ਵੀ ਉਹਨਾਂ ਨੇ ਕੰਮ ਸੌਖਿਆ ਕੀਤਾ। ਕੋਵਿਡ ਦੇ ਕਰਕੇ ਜ਼ਾਹਿਰਾ ਤੌਰ ਤੇ ਵੱਖਰੀ ਕਿਸਮ ਦੀ ਇਲੈਕਸ਼ਨ ਹੋਵੇਗੀ ਤੇ ਜਿਹੜਾ ਜੇ ਚੋਣ ਪ੍ਰਚਾਰ ਦੀ ਅਸੀਂ ਗੱਲ ਕਰੀਏ ਕਿ ਕਰਨ ਦੇ ਤੌਰ ਤਰੀਕਿਆਂ ਨੂੰ ਬਦਲੀ ਕੀਤਾ ਗਿਆ ਤੇ ਸਾਰਿਆਂ ਵਾਸਤੇ ਇੱਕੋ ਜਿਹੇ ਨਿਯਮ ਹੋਣਗੇ। ਤੇ ਇਲੈਕਸ਼ਨ ਕਮਿਸ਼ਨ ਦੇ ਪੁਰਾਣੇ ਰਿਕਾਰਡ ਨੂੰ ਅਗਰ ਵੇਖ ਲਿਆ ਜਾਵੇ ਤੇ ਭਾਰਤ ਦੇ ਸਾਬਕਾ ਇਲੈਕਸ਼ਨ ਕਮਿਸ਼ਨਰ ਡਾਕਟਰ ਮਨੋਹਰ ਸਿੰਘ ਗਿੱਲ ਨੇ ਗੱਲ ਆਖੀ ਸੀ ਇੱਕ ਵਾਰ ਕਿ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸੂਬਾ ਭਾਰਤ ਦੇ ਉਹਨਾਂ ਸ਼ਾਂਤਮਈ ਸੂਬਿਆਂ ਦੇ ਵਿੱਚ ਹੈ ਜਿੱਥੇ ਕਦੀ ਬੂਥ ਕੈਪਚਰਿੰਗ ਵਰਗੀ ਸੱਜੇ ਕੀਤੇ ਘਟਨਾ ਇੰਨੀ ਜ਼ਿਆਦਾ ਨਹੀਂ ਹੁੰਦੀ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਭਾਜਪਾ ਨੂੰ ਕੀ ਹਾਸਲ ਹੋਣ ਵਾਲਾ ਸੀ, ਇਸ ਗੱਲ ਦੀ ਮੈਨੂੰ ਸਮਝ ਨਹੀਂ ਪਈ। ਬਹੁਤਾ ਖੋਜ ਕੀਤਿਆਂ ਵੀ ਮੈਂ ਇਹਨਾਂ ਤੱਥਾਂ ਤੱਕ ਪਹੁੰਚ ਨਹੀਂ ਸਕਿਆ ਕਿ ਉਹਨਾਂ ਨੂੰ ਕੀ ਫਾਇਦਾ ਹੋਣਾ ਸੀ। ਰਾਜਨੀਤਿਕ ਪਾਰਟੀਆਂ ਆਪਣੇ ਲਾਹੇ ਲਈ ਜੋ ਮਰਜ਼ੀ ਕਰਦੀਆਂ ਫਿਰਨ, ਪੰਜਾਬ ਦੇ ਲੋਕਾਂ ਨੂੰ ਆਪਣੇ ਚੰਗੇ ਨੁਮਾਇੰਦਿਆਂ ਦੀ ਲੋੜ ਹੈ ਤੇ ਉਹ ਚੰਗੇ ਨੁਮਾਇੰਦੇ ਚੁਣਨ ਵਾਸਤੇ ਉਹਨਾਂ ਕੋਲ ਮੌਕਾ ਇੱਕ ਵਾਰੀ ਫਿਰ ਹੱਥ ਵਿੱਚ ਆ ਗਿਆ। ਪਰ ਜਿਸ ਤਰ੍ਹਾਂ ਦੀ ਭੱਜ-ਨੱਸ ਜਿਹੜੀ ਹੈ ਦੌੜ ਭੱਜ ਸੁਖਬੀਰ ਬਾਦਲ ਨੇ ਕੀਤੀ ਹੈ ਤੇ ਕਿਉਂਕਿ ਹੋ ਸਕਦਾ ਕਿ ਉਹੋ ਹੀ ਚਿਹਰਾ ਹੋਣ। ਹਾਂ, ਇੰਨਾ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਪ ਮੁੱਖ ਮੰਤਰੀ ਸਾਡਾ ਇੱਕ ਖਾਸ ਸਮਾਜ ਦੇ ਵਿੱਚੋਂ ਹੋਵੇਗਾ। ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਉਂਗਲੀ ਖੜੀ ਕਰਕੇ ਸਿੱਖ ਸਮਾਜ ਦੇ ਵਿੱਚੋਂ ਸਾਡਾ ਜਿਹੜਾ ਮੁੱਖ ਮੰਤਰੀ ਹੋਵੇਗਾ, ਜਿੱਤੇ ਸਾਰਾ ਪੰਜਾਬ ਮਾਣ ਕਰੂਗਾ, ਜਿੱਥੇ ਸਾਰਾ ਪੰਜਾਬ ਮਾਣ ਕਰੇਗਾ। ਹੁਣ ਉਹ ਮਾਣ ਨਾਣਾ ਹੈ ਕਿ ਨੰਨਾ ਹੈ, ਮਾਣ ਹੋਵੇਗਾ, ਇਸ ਗੱਲ ਇਹ ਪਤਾ ਨਹੀਂ। ਨਵਜੋਤ ਸਿੰਘ ਸਿੱਧੂ ਵੀ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ ਐਲਾਨਾਂ ਦੀ ਗੱਲ ਕਰ ਰਹੇ ਨੇ। ਸਿਆਸਤਦਾਨ ਜਾਪ ਰਹੇ ਨੇ ਕੁਝ ਦਿਨਾਂ ਤੋਂ। ਬਿਲਕੁਲ, ਉਹਨਾਂ ਨੇ ਨਵਾਂ ਪੈਂਤੜਾ ਇਖਤਿਆਰ ਕਰ ਲਿਆ। ਹੁਣ ਉਹ ਕਿਸੇ ਦੇ ਖਿਲਾਫ ਨਹੀਂ ਬੋਲਦੇ ਤੇ ਠੋਕੋ ਤਾਲੀ ਹੁਣ ਉਹਨਾਂ ਦੀ ਖੂਬ ਚੱਲ ਰਹੀ ਹੈ ਤੇ ਦੂਸਰਿਆਂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ। ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਧੜਾ ਧੜ ਪਿਛਲੇ ਦਿਨਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਨੇ, ਉਸ ਤੋਂ ਕਈ ਲੋਕਾਂ ਨੂੰ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੀ ਫਿਰ ਜੇ ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਨੇ ਬਣਾਇਆ ਹੋਇਆ ਇੱਕ ਪੋਲੀਟੀਕਲ ਆਊਟਫਿਟ ਹੈ ਜਿਹੜਾ, ਉਹ ਕੀ ਉਹ ਇਸ ਦੇ ਨਾਲ ਫਿਰ ਸਮਝੌਤਾ ਸਿਰਫ ਸਪੋਰਟ ਦਾ ਹੋਵੇਗਾ? ਝੂਠੇ ਟੈਸਟ ਕਰਕੇ ਸਰਕਾਰਾਂ ਤੋਂ ਪੈਸੇ ਉਗਰਾ ਕੇ ਸਰਕਾਰੀ ਤੰਤਰ ਜਾਂ ਕੁਝ ਪ੍ਰਾਈਵੇਟ ਅਦਾਰਿਆਂ ਨਾਲ ਮਿਲੀ ਭੁਗਤ ਦੇ ਜ਼ਰੀਏ ਲੋਕਾਂ ਦੇ ਖਾਮ-ਖਾ ਕੋਵਿਡ ਪੋਜ਼ਿਟਿਵ ਟੈਸਟ ਜਿਹੜੇ ਸੀ ਉਹ ਦੱਸੇ ਗਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਚੋਣ ਕਮਿਸ਼ਨ ਨੇ 5 ਰਾਜਾਂ ਦੇ ਵਿੱਚ ਚੋਣਾਂ ਦਾ ਬਿਗਲ ਵਜਾ ਦਿੱਤਾ ਆ। ਕੋਵਿਡ ਗਾਈਡਲਾਈਨਸ ਨੂੰ ਮੱਦੇ ਰੱਖਦੇ ਉਹਨਾਂ ਨੇ ਕੁਝ ਰੂਲਸ ਵੀ ਦੱਸੇ ਨੇ ਤੇ ਕੁਝ ਚੇਂਜਸ ਵੀ ਕੀਤੀਆਂ ਨੇ। ਕੀ ਹੁਣ ਸਾਰੀਆਂ ਪਾਰਟੀਆਂ ਆਪਣੇ ਮੁੱਖ ਮੰਤਰੀ ਐਲਾਨ ਦੇਣਗੀਆਂ? ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਜਿਹੜੀਆਂ ਗੱਲਾਂ ਉੱਠ ਰਹੀਆਂ ਸਨ ਉਹ ਹੁਣ ਕਿੱਥੇ ਗਈਆਂ ਨੇ? ਇਹਨਾਂ ਸਾਰੀਆਂ ਗੱਲਾਂ ਤੇ ਅੱਜ ਚਰਚਾ ਕਰਾਂਗੇ ਤੇ ਸਟੂਡੀਓ ਦੇ ਵਿੱਚ ਐਜ਼ ਐਨ ਐਕਸਪਰਟ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਬਰੀਨ। ਕੁਲਦੀਪ ਜੀ, ਕਈ ਦਿਨਾਂ ਤੋਂ ਲੱਗ ਰਿਹਾ ਸੀ ਕਿ ਚੋਣਾਂ ਟਲ ਜਾਣੀਆਂ ਨੇ। ਅਸੀਂ ਪ੍ਰੋਗਰਾਮਾਂ 'ਚ ਗੱਲਾਂ ਵੀ ਕਰਦੇ ਰਹੇ ਹਾਂ। ਜਦੋਂ ਦੀ ਆ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੋਤਾਹੀ ਦਾ ਮਾਮਲਾ ਆਇਆ, ਉਦੋਂ ਤੋਂ ਜ਼ਿਆਦਾ ਸਿਆਸੀ ਗਲਿਆਰਿਆਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਸੀ ਕਿ ਸਾਰਾ ਕੁਝ ਚੋਣਾਂ ਟਾਲਣ ਲਈ ਕੀਤਾ ਜਾ ਰਿਹਾ ਤੇ ਫਾਈਨਲੀ ਅੱਜ ਚੋਣਾਂ ਦਾ ਬਿਗਲ ਵੱਜ ਗਿਆ। 5 ਰਾਜਾਂ ਦੇ ਵਿੱਚ 690 ਸੀਟਾਂ ਤੇ ਚੋਣਾਂ ਕਰਾਈਆਂ ਜਾਣਗੀਆਂ। ਤੇ ਕੀ ਕਹਿੰਦਾ ਹੈ ਜੀ ਚੋਣ ਕਮਿਸ਼ਨ? ਚੋਣ ਕਮਿਸ਼ਨ ਨੇ ਬਿਲਕੁਲ ਸਾਫ਼ ਕੀਤਾ ਹੈ ਕਿ ਚੋਣਾਂ ਹੋਣੀਆਂ ਨੇ, 5 ਰਾਜਾਂ ਵਿੱਚ ਹੀ ਹੋਣਗੀਆਂ ਤੇ ਪ੍ਰਕਿਰਿਆ ਜੇ ਅੱਜ ਤੋਂ ਲਾ ਲਈਏ ਤੇ ਤਕਰੀਬਨ ਇਹੋ 10 ਮਾਰਚ ਤੱਕ ਜਿਹੜੀ ਪ੍ਰਕਿਰਿਆ ਸਾਰੀ ਮੁਕੰਮਲ ਹੋ ਜਾਣੀ ਹੈ। ਸੋ ਤਕਰੀਬਨ 2 ਮਹੀਨੇ ਦਾ ਜਿਹੜਾ ਸਮਾਂ, ਤੁਸੀਂ 2 ਮਹੀਨੇ 2 ਕੁ ਦਿਨ ਜਿਹੜੇ ਨੇ, ਅੱਜ ਦਾ ਦਿਨ ਤੇ ਗਿਆ, ਇਸ ਨੂੰ ਗਿਣ ਲਓ ਕਿ ਇੰਨੇ ਸਮੇਂ ਦੇ ਵਿੱਚ 5 ਰਾਜਾਂ ਦੀਆਂ ਚੋਣਾਂ ਜਿਹੜੀਆਂ ਨੇ ਉਹ ਮੁਕੰਮਲ ਹੋ ਜਾਣਗੀਆਂ। ਹੁਣ ਇਹਨਾਂ ਵਿੱਚੋਂ ਪੰਜਾਬ ਦੇ ਬਾਰੇ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਸੀ ਉਹਨਾਂ ਦੀ ਬਾਅਦ ਵਿੱਚ ਗੱਲ ਕਰਦੇ ਹਾਂ।
यूपी ਵੱਡਾ ਸੂਬਾ ਹੈ, 400 ਤੋਂ ਉੱਪਰ ਸੀਟਾਂ ਨੇ। ਜੀ ਉੱਥੇ ਜ਼ਾਹਿਰਾ ਤੌਰ ਤੇ ਵੱਡੀ ਪਲੈਨਿੰਗ ਕਰਨੀ ਪਏਗੀ ਤੇ ਯੂਪੀ ਦੇ ਸਮੀਕਰਨ ਵੀ ਜਿਹੜੇ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਪਏਗਾ। ਹੁਣ ਜਦੋਂ ਭਾਰਤ ਦੇ ਵਿੱਚ ਸਿਸਟਮ ਜਦੋਂ ਤੋਂ ਬਣਾਇਆ ਗਿਆ ਕਿ ਇੱਕ ਦਿਨ ਹੀ ਪੂਰੇ ਭਾਰਤ ਦੇ ਵਿੱਚ ਚੋਣਾਂ ਕਦੇ ਹੋਇਆ ਕਰਦੀਆਂ ਸਨ ਤੇ ਸ਼ਾਮ ਨੂੰ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਸੀ, ਸਾਰੀ ਰਾਤ ਕਾਊਂਟਿੰਗ ਚੱਲਦੀ ਸੀ, ਬੈਲਟ ਪੇਪਰ ਜਿਹੜੇ ਸੀ ਫਿਜ਼ੀਕਲ ਬੈਲਟ ਪੇਪਰ ਗਿਣੇ ਜਾਂਦੇ ਸੀ। ਫਿਰ ਈਵੀਐਮ ਮਸ਼ੀਨਾਂ ਤੇ ਬਾਅਦ ਵਿੱਚ ਆਈਆਂ, ਪਰ ਗੇੜਾਂ ਦੇ ਵਿੱਚ ਚੋਣਾਂ ਕਰਵਾਉਣ ਵਾਲਾ ਸਿਸਟਮ ਜਿਹੜਾ ਹੈ ਇਹ ਕਾਫੀ ਸਮਾਂ ਪਹਿਲਾਂ ਚੱਲ ਪਿਆ ਸੀ ਜੀ। ਇਸ ਵਿੱਚ ਜਦੋਂ ਰਾਜੀਵ ਗਾਂਧੀ ਦਾ ਕਤਲ ਹੋਇਆ ਤੇ ਸਮਝਿਆ ਜਾਂਦਾ ਸੀ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ ਤੇ ਦੂਸਰੇ ਪਾਸੇ ਸ਼ਾਇਦ ਇਹ ਭਾਵੇਂ ਕਿ ਇਹ ਸਵਲੀਨ ਕਹਿ ਸਕਦੇ ਹਾਂ ਕਿ ਜਿਵੇਂ ਕਿ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਗਿਆ ਕਿ ਇੱਕੋ ਦਿਨ ਸੰਭਵ ਨਹੀਂ ਹੈ ਸਾਰਾ ਕੁਝ, ਪਰ ਅਸਲ ਵਿੱਚ ਜਦੋਂ ਇਹ ਨਿਯਮ ਲਿਆਂਦੇ ਗਏ ਸੀ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਸ਼ਾਇਦ ਰਾਜਨੀਤੀਵਾਨਾਂ ਨੇ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਸੀਟਾਂ ਦੇ ਸਬੰਧ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਇਸ ਕਰਕੇ ਬਣਾ ਲਿਆ ਕਿ ਇੱਕ ਪਾਸਿਓਂ ਜਿਹੜਾ ਅਸੀਂ ਚੋਣ ਪ੍ਰਚਾਰ ਕਰਦੇ ਆ ਜਾਓ ਤੇ ਫਿਰ ਉੱਥੇ ਵੋਟਾਂ ਹੋ ਜਾਣ ਤੇ ਉਨੀ ਦੇਰ ਤੱਕ ਅਸੀਂ ਦੂਸਰੇ ਪਾਸੇ ਸਾਰੇ ਇੰਡੀਆ ਦੀ ਯਾਤਰਾ ਕਰ ਲਈਏ ਅਸੀਂ ਤੇ ਸਾਰੇ ਲੋਕਾਂ ਨੂੰ ਆਪਣੀ ਗੱਲ ਦੱਸ ਸਕੀਏ। ਰੈਲੀਆਂ ਦਾ ਅੱਗੇ ਰਿਵਾਜ ਬਹੁਤਾ ਹੁੰਦਾ ਸੀ ਤੇ ਚੋਣ ਪ੍ਰਚਾਰ ਲਾਊਡ ਸਪੀਕਰਾਂ ਤੇ ਇਸ਼ਤਿਹਾਰਾਂ ਤੇ ਸਭ ਕੁਝ ਦੇ ਜ਼ਰੀਏ ਹੁੰਦਾ ਸੀ। ਹੁਣ ਸਮਾਂ ਵੱਖਰਾ ਆ ਗਿਆ, ਪਰ ਉਸ ਸਮੇਂ ਦੇ ਕਰਕੇ ਹੁਣ ਗਾਂ ਤੋਂ ਗਾਂ ਫਿਰ ਚੰਗਿਆਈ ਵਾਸਤੇ ਜਿਹੜੇ ਬਦਲਾਅ ਆਏ ਨੇ ਉਹਨਾਂ ਵਿੱਚ ਕੁਝ ਗੱਲਾਂ ਨੇ। ਇਹ ਇਸੇ ਤਰ੍ਹਾਂ ਯੂਪੀ ਦੇ ਵਿੱਚ ਜਿਹੜੇ ਹਨ ਲੰਬੇ ਚੌੜੇ ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ। ਯੂਪੀ ਦਾ ਜਿਹੜਾ ਗੇੜ ਨੰਬਰ 2 ਹੈ ਉਸੇ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਜੀ। ਸੋ ਪੰਜਾਬ ਦੀਆਂ ਵੋਟਾਂ ਉਧਰ ਨੂੰ ਹੋਣਗੀਆਂ ਨੇ। ਸੋ ਇਹ ਕਹਿ ਲਓ ਕਿ ਅੱਜ ਦੇ ਦਿਨ ਤੋਂ ਲੈ ਕੇ ਤਕਰੀਬਨ 1 ਮਹੀਨਾ ਤੇ 1 ਹਫ਼ਤੇ ਦਾ ਸਮਾਂ ਜਿਹੜਾ ਹੈ 35-36 ਦਿਨ ਦਾ ਸਮਾਂ ਜਿਹੜਾ ਹੈ ਪੰਜਾਬੀਆਂ ਕੋਲ ਬਚਿਆ ਹੈ। ਨੋਮੀਨੇਸ਼ਨ ਫਾਈਲ ਕਰਨ ਦੀ ਤਰੀਕ ਜਿਹੜੀ ਹੈ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਸ਼ੁਰੂ ਹੋਵੇਗੀ, ਫਿਰ ਉਸ ਤੋਂ ਬਾਅਦ ਉਹਨਾਂ ਦੀ ਜਾਂਚ ਹੋਵੇਗੀ ਤੇ ਵਾਪਸ ਲੈਣ ਦੀ ਤਰੀਕ ਵੀ ਇਸੇ ਤਰ੍ਹਾਂ ਸਾਈਮਲਟੇਨੀਅਸਲੀ ਤੈਅ ਕੀਤੀ ਗਈ ਹੈ। ਹੁਣ ਚੋਣ ਕਮਿਸ਼ਨ ਨੇ ਜਿਹੜੀ ਐਲਾਨ ਕਰਨ ਸਮੇਂ ਭੂਮਿਕਾ ਬੰਨੀ ਹੈ ਉਸ ਭੂਮਿਕਾ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਉਹਨਾਂ ਨੇ ਕੋਵਿਡ ਪ੍ਰੋਟੋਕਾਲ ਦੀ ਗੱਲ ਕੀਤੀ ਹੈ। ਰੈਲੀਆਂ ਤੇ ਮੁਕੰਮਲ ਪਾਬੰਦੀ ਰਹੇਗੀ 15 ਜਨਵਰੀ ਤੱਕ, ਭਾਵ ਉਦੋਂ ਤੱਕ ਜਾਇਜ਼ਾ ਲਿਆ ਜਾਵੇਗਾ ਦੁਬਾਰਾ ਸਿਹਤ ਸਕੱਤਰਾਂ ਦੇ ਨਾਲ ਗੱਲਬਾਤ ਕਰਕੇ ਕਿ ਕਿੱਥੇ ਕਿੰਨੇ ਕੇਸ ਆ ਰਹੇ ਨੇ ਓਮਿਕਰੋਨ ਦੇ ਜਾਂ ਪੁਰਾਣੇ ਕਰੋਨਾ ਵਾਇਰਸ ਦੇ ਜਿਹੜਾ ਵੇਰੀਐਂਟ ਆ ਉਹਦੇ, ਜਾਂ ਟੀਕਾਕਰਨ ਕਿੱਥੇ ਕਿੰਨਾ ਕੁ ਹੋ ਗਿਆ ਤੇ ਕਿੰਨਾ ਕੁ ਅਸਰ ਹੋ ਰਿਹਾ। ਮਾਹਿਰ ਤੇ ਇਹ ਵੀ ਕਹਿ ਰਹੇ ਨੇ ਕਿ ਮਾਰਚ ਤੱਕ ਇਸ ਦੀ ਪੀਕ ਹੋ ਜਾਵੇਗੀ ਜਿਹੜਾ ਕਿ ਨਵਾਂ ਵੇਰੀਐਂਟ ਹੈ। ਚਲੋ ਜੇ 15 ਜਨਵਰੀ ਤੋਂ ਬਾਅਦ ਰੈਲੀਆਂ ਵਾਸਤੇ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਹਾਲਾਤ ਜਿਹੜੇ ਨੇ ਅਨੁਕੂਲ ਹੁੰਦੇ ਨੇ ਤੇ ਫਿਰ ਥੋੜਾ ਜਿਹਾ ਸਥਿਤੀ ਫਿਰ ਉਸੇ ਤਰ੍ਹਾਂ ਫਿਰ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਜਿਹੜੀ ਹੈ ਰੈਲੀ ਹੋ ਸਕਦੀ ਹੈ ਕਿੱਥੇ ਨਹੀਂ ਹੋ ਸਕਦੀ। ਤੇ ਪੰਜਾਬੀਆਂ ਕੋਲ ਜੇ ਉਹ ਸਥਿਤੀ ਆ ਜਾਂਦੀ ਹੈ ਤੇ ਫਿਰ ਇਹਨਾਂ ਕੋਲ ਬਹੁਤੇ ਦਿਨ ਬਚਣਗੇ ਨਹੀਂ, ਫਿਰ ਵੀ ਰਾਜਨੀਤੀਵਾਨਾਂ ਵਾਸਤੇ ਸਮਾਂ ਉਹ ਤਿਆਰੀ ਕਰ ਸਕਦੇ ਨੇ। ਤੇ ਪਰ ਇਸ ਮੁੱਦੇ ਤੇ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕੀਤਾ ਹੈ ਕਿ ਨਾ ਕੋਈ ਸਾਈਕਲ ਯਾਤਰਾ, ਨਾ ਕੋਈ ਪੈਦਲ ਯਾਤਰਾ, ਨਾ ਕੋਈ ਨੁੱਕੜ ਮੀਟਿੰਗ ਤੇ ਨਾ ਕੋਈ ਹੋਰ ਕਿਸੇ ਕਿਸਮ ਦਾ ਚੋਣ ਪ੍ਰਚਾਰ, ਇਹ ਸਭ ਕੁਝ ਕੈਂਸਲ ਹੋਵੇਗਾ। 15 ਜਨਵਰੀ ਤੱਕ ਕੁਝ ਨਹੀਂ ਕੀਤਾ ਜਾਵੇਗਾ। ਸੋ ਚੋਣ ਕਮਿਸ਼ਨ ਨੇ ਲੰਬੀ ਚੌੜੀ ਦਾਸਤਾਨ ਸੁਣਾਈ ਹੈ। ਇਸ ਨੂੰ ਅਸੀਂ ਵੱਖਰੇ ਤੌਰ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਇਹਨੂੰ ਡਿਸਕਸ ਕਰਦੇ ਰਵਾਂਗੇ ਜੀ। ਤੇ ਫਿਰ ਬੂਥਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ ਕਿਉਂਕਿ ਕੋਵਿਡ ਦਾ ਇਸ ਵੇਲੇ ਸਿਖਰ ਤੇ ਹੈ। ਬੂਥਾਂ ਦੀ ਗਿਣਤੀ ਵਧਾਈ ਹੈ। ਬੂਥਾਂ ਦੇ ਵਿੱਚ ਕਿ ਹਰ ਇੱਕ ਬੂਥ ਤੇ ਲਿਮਿਟ ਕਰ ਦਿੱਤੀ ਗਈ ਕਿ ਇਸ ਤੋਂ ਵੱਧ ਜੇ ਅਗਰ ਵੋਟਰ ਵੱਧਦੇ ਨੇ ਤੇ ਉੱਥੇ ਹੋਰ ਬੂਥ ਜਿਹੜੇ ਹਨ ਤਕਰੀਬਨ ਲਾ ਦਿੱਤੇ ਜਾਣ ਤੇ ਬੂਥਾਂ ਦੀ ਗਿਣਤੀ ਵਧਾਉਣ ਦਾ ਇਹ ਕਾਰਨ ਦੱਸਿਆ ਜਾ ਰਿਹਾ ਤੇ ਐਕਸੈਸੀਬਲ ਵੀ ਦੱਸਿਆ ਜਾ ਰਿਹਾ ਕਿ ਉੱਥੇ ਬੂਥਾਂ ਤੇ ਜਿਹੜਾ ਸਿਸਟਮ ਹੋਵੇਗਾ ਥਰਮਲ ਸਕੈਨਰ ਵੀ ਲਾਉਣ ਦੀ ਕੋਸ਼ਿਸ਼ ਕਰਾਂਗੇ, ਸੈਨੀਟਾਈਜ਼ ਸਟਾਫ ਹੋਵੇਗਾ ਤੇ ਸਟਾਫ ਜਿਹੜਾ ਹੋਵੇਗਾ ਚੋਣ ਅਮਲਾ ਹੋਵੇਗਾ ਉਹਨਾਂ ਦੇ 2 ਡੋਜ਼ਾਂ ਤੇ ਪੱਕੀਆਂ ਤੇ ਕੋਸ਼ਿਸ਼ ਹੋਵੇਗੀ ਕਿ ਉਹਨਾਂ ਦੇ ਤੀਸਰੀ ਬੂਸਟਰ ਡੋਜ਼ ਵੀ ਲੱਗ ਜਾਵੇ ਤੇ ਉਹ ਤਾਂ ਕਿ ਪੂਰੀ ਤਰ੍ਹਾਂ ਇਸ ਤੋਂ ਇਮਿਊਨ ਹੋਵੇ। ਤੇ ਜਿਹੜੇ ਡਿਸੇਬਲਡ ਨੇ ਜਾਂ ਸਰੀਰਕ ਤੌਰ ਤੇ ਚੈਲੰਜਡ ਲੋਕ ਨੇ ਉਹਨਾਂ ਵਾਸਤੇ ਕੋਈ ਰੈਂਪ ਵਗੈਰਾ ਜਾਂ ਵੀਲ ਚੇਅਰ ਐਕਸੈਸੀਬਲ ਜਿਹੜਾ ਸਿਸਟਮ ਇਸ ਤਰ੍ਹਾਂ ਦੇ ਬਣਾਉਣ ਦੀ ਗੱਲ ਕੀਤੀ ਗਈ ਹੈ। ਖੈਰ ਇਹਨਾਂ ਵਿੱਚੋਂ ਕੁਝ ਗੱਲਾਂ ਤੱਕ ਤੇ ਇਲੈਕਸ਼ਨ ਕਮਿਸ਼ਨ ਕਾਮਯਾਬ ਹੋ ਜਾਂਦਾ ਹੈ, ਪਰ ਲੰਬੀ ਚੌੜੀ ਪ੍ਰਕਿਰਿਆ ਹੈ। ਵੋਟਾਂ ਦੇ ਵਿੱਚ ਸਵਲੀਨ ਤੁਹਾਨੂੰ ਪਤਾ ਹੈ ਕਿ ਜਦੋਂ ਯੂਪੀ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਹੋਈਆਂ ਸਨ ਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਕਹਿੰਦੇ ਨੇ ਕਿ ਉਦੋਂ ਹੋਇਆ ਸੀ। ਚੋਣ ਅਮਲਾ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਜਿਹੜਾ ਭੇਜਿਆ ਗਿਆ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਕੋਵਿਡ ਦਾ ਡੈਲਟਾ ਵੇਰੀਐਂਟ ਬਹੁਤ ਜ਼ਿਆਦਾ ਖਤਰਨਾਕ ਸੀ। ਹਾਲਾਂਕਿ WHO ਨੇ ਭਾਵੇਂ ਕਹਿ ਦਿੱਤਾ ਹੈ ਕਿ ਇਹ ਵੀ ਖਤਰਨਾਕ ਹੈ, ਭਾਵੇਂ ਉਹਨਾਂ ਨਹੀਂ ਹੈ, ਇਸ ਤੋਂ ਵੀ ਬਚਣ ਦੀ ਲੋੜ ਹੈ, ਇਸ ਤੋਂ ਬਚਾਅ ਰੱਖੋ। ਪਰ ਡੈਲਟਾ ਵੇਰੀਐਂਟ ਨੇ ਜਿੰਨਾ ਨੁਕਸਾਨ ਕੀਤਾ ਸੀ ਹੋ ਸਕਦਾ ਓਮਿਕਰੋਨ ਉਹਨਾਂ ਨਾ ਕਰੇ। ਸੋ ਇਲੈਕਸ਼ਨ ਕਮਿਸ਼ਨ ਨੇ ਓਵਰਆਲ ਬੂਥਾਂ ਦੀ ਗਿਣਤੀ ਵਧਾਈ ਹੈ, ਇੱਕ ਚੰਗਾ ਸਟੈਪ ਹੈ, ਪਰ ਇਸ ਦੇ ਨਾਲ ਇਹ ਹੈ ਕਿ ਜਿੰਨੀ ਜ਼ਿਆਦਾ ਗਿਣਤੀ ਵਧਾਈ ਆ ਉਨੇ ਜ਼ਿਆਦਾ ਅਮਲੇ ਫੈਲੇ ਦੀ ਲੋੜ ਹੋਵੇਗੀ। ਇਲੈਕਸ਼ਨ ਜਿਹੜਾ ਚੋਣ ਦਾ ਸਮਾਂ ਵੀ 1 ਘੰਟਾ ਜਿਹੜਾ ਵਧਾਇਆ ਗਿਆ ਔਰ ਉਹ ਵੱਧ ਸਮਾਂ ਜਿਹੜਾ ਵੋਟਾਂ ਪਾਉਣ ਲਈ ਹੋਵੇਗਾ। ਪਰ ਹੁਣ ਦੇਖੋ
ਇੱਕ ਹੋਰ ਚੀਜ਼ ਅਸਲੀਨ ਇੱਥੇ ਕਿ ਕਾਸ਼ ਕਿ ਅਸੀਂ ਜਿਵੇਂ ਈਵੀਐਮ ਮਸ਼ੀਨਾਂ ਅਸੀਂ ਲੈਂਦੀਆਂ ਨੇ, ਬਹੁਤੇ ਸਾਰੇ ਮੁਲਕਾਂ ਦੇ ਵਿੱਚ ਈਵੀਐਮ ਮਸ਼ੀਨਾਂ ਅਜੇ ਵੀ ਵਿਕਸਿਤ ਮੁਲਕਾਂ ਦੇ ਵਿੱਚ ਨਹੀਂ ਹੈ, ਸ਼ਾਇਦ ਉਹਨਾਂ ਨੂੰ ਯਕੀਨ ਨਹੀਂ ਹੈ ਸਿਸਟਮ ਤੇ, ਪਰ ਭਾਰਤ ਦੇ ਵਿੱਚ ਵੇਸਟੇਜ ਬਹੁਤ ਜ਼ਿਆਦਾ ਹੈ। ਗੱਲ ਚੇਤੇ ਰੱਖਣ ਵਾਲੀ ਹੈ। ਆਬਾਦੀ ਜ਼ਿਆਦਾ ਹੈ, ਵੋਟਰ ਬਹੁਤ ਜ਼ਿਆਦਾ ਨੇ। ਜੇ ਇੱਥੇ ਪੇਪਰ ਬੈਲਟ ਹੀ ਇੰਨਾ ਯੂਜ਼ ਕਰੀਏ ਤੇ ਵੇਸਟੇਜ ਬਹੁਤ ਜ਼ਿਆਦਾ ਹੋਵੇਗੀ। ਈਵੀਐਮ ਮਸ਼ੀਨਾਂ ਸਸਤਾ ਤੇ ਸੌਖਾ ਵਧੀਆ ਸਾਧਨ ਹੈ। ਇੱਕ ਵਾਰੀ ਮਸ਼ੀਨਾਂ ਤਿਆਰ ਕਰ ਲਈਆਂ ਨੇ, ਉਹਨਾਂ ਦਾ ਸਿਸਟਮ ਵਗੈਰਾ ਅਪਗ੍ਰੇਡ ਕਰਨਾ ਹੈ ਤੇ ਬਾਕੀ ਸਭ ਕੁਝ ਹੋ ਜਾਵੇਗਾ। ਗਿਣਤੀ ਵੀ ਮਿੰਟੋ ਮਿੰਟੀ ਹੁੰਦੀ ਹੈ ਜੀ। ਸੋ ਇਹ ਸਭ ਕੁਝ ਨੂੰ ਧਿਆਨ ਵਿੱਚ ਰੱਖਦੇ ਹੋਏ ਈਵੀਐਮ ਮਸ਼ੀਨਾਂ ਤੇ ਭਾਵੇਂ ਸਵਾਲ ਵੀ ਉੱਠਦੇ ਰਹੇ ਨੇ, ਪਰ ਫਿਰ ਵੀ ਉਹਨਾਂ ਨੇ ਕੰਮ ਸੌਖਿਆ ਕੀਤਾ। ਹੁਣ ਕੋਵਿਡ ਪ੍ਰੋਟੋਕਾਲ ਦੀ ਜਿਹੜੀ ਗੱਲ ਹੈ, ਇੱਕ ਨਹੀਂ ਸਮਝ ਆਉਂਦੀ। ਇਲੈਕਸ਼ਨ ਕਮਿਸ਼ਨ ਨੇ ਹਾਲਾਂਕਿ ਇੰਨੀ ਬਰੀਕੀ ਦੇ ਵਿੱਚ ਨਹੀਂ ਦੱਸਿਆ ਕਿ ਜੋ ਈਵੀਐਮ ਤੇ ਪੰਜਾਬੀਆਂ ਨੇ ਪਹਿਲੀ ਵਾਰ ਵੋਟਾਂ ਪਾਉਣੀਆਂ ਨੇ ਕੋਵਿਡ ਦੇ ਦੌਰ ਦੇ ਦਰਮਿਆਨ, ਇਸ ਤੋਂ ਪਹਿਲਾਂ ਬੰਗਾਲ ਵਗੈਰਾ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਹੋਈਆਂ ਸਨ। ਸਾਰਿਆਂ ਨੂੰ ਪਤਾ ਹੈ ਕਿ ਕੀ ਹਾਲਾਤ ਉਦੋਂ ਹੋਏ ਸਨ। ਹੁਣ ਜਿਹੜਾ ਬਟਨ ਹੈ, ਜਿਹੜਾ ਉੱਥੇ ਜਾ ਕੇ ਦੱਬਣਾ ਹੈ, ਉਂਗਲੀ ਤੇ ਦੱਬਣੀਆਂ, ਉਹਨੂੰ ਕੀ ਮਸ਼ੀਨ ਨੂੰ ਹਰ ਵਾਰੀ ਸੈਨੀਟਾਈਜ਼ ਕੀਤਾ ਜਾਵੇਗਾ ਜਾਂ ਹੱਥ ਸੈਨੀਟਾਈਜ਼ ਕੀਤੇ ਜਾਣਗੇ? ਕੌਣ ਇੰਨੀਆਂ ਗੱਲਾਂ ਦਾ ਖਿਆਲ ਰੱਖੇਗਾ? ਕੋਵਿਡ ਦੇ ਕਰਕੇ ਜ਼ਾਹਿਰਾ ਤੌਰ ਤੇ ਵੱਖਰੀ ਕਿਸਮ ਦੀ ਇਲੈਕਸ਼ਨ ਹੋਵੇਗੀ। ਤੇ ਜਿਹੜਾ ਜੇ ਚੋਣ ਪ੍ਰਚਾਰ ਦੀ ਅਸੀਂ ਗੱਲ ਕਰੀਏ ਕਿ ਕਰਨ ਦੇ ਤੌਰ ਤਰੀਕਿਆਂ ਨੂੰ ਬਦਲੀ ਕੀਤਾ ਗਿਆ ਤੇ ਉਹ ਸਾਰਿਆਂ ਵਾਸਤੇ ਇੱਕੋ ਜਿਹੇ ਨਿਯਮ ਹੋਣਗੇ। ਪਰ ਭਾਜਪਾ ਦੇ ਪੱਖ ਤੋਂ ਸ਼ਾਇਦ ਇਸ ਤਰ੍ਹਾਂ ਵੀ ਦੇਖਿਆ ਜਾਵੇ, ਪਰ ਇਲੈਕਸ਼ਨ ਕਮਿਸ਼ਨ ਇੱਕ ਵੱਖਰੀ ਐਂਟੀਟੀ ਹੈ ਜੋ ਭਾਵੇਂ ਕਿ ਸਰਕਾਰ ਦੇ ਪ੍ਰਭਾਵ ਦੇ ਹੇਠ ਹੁੰਦੀ ਹੈ। ਸਰਕਾਰੀ ਸਲਾਹ ਦੇ ਨਾਲ ਉਹਨਾਂ ਨੇ ਸਾਰਾ ਕੁਝ ਕਰਨਾ ਹੁੰਦਾ ਹੈ, ਕਿਉਂਕਿ ਮਦਦ ਸਾਰੀ ਸਰਕਾਰੀ ਤੰਤਰ ਤੋਂ ਹੀ ਲੈਣੀ ਹੁੰਦੀ ਹੈ। ਫਿਰ ਵੀ ਮੈਂ ਸਮਝਦਾ ਕਿ ਠੀਕ ਫੈਸਲੇ ਜਿਹੜੇ ਹਨ ਉਹ ਲਏ ਗਏ ਨੇ। ਹਾਂ, ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਵੀ 3 ਗੇੜਾਂ 'ਚ ਪਹਿਲਾਂ ਵੋਟਾਂ ਕਰਵਾਉਣ ਦੀ ਗੱਲ ਹੋ ਰਹੀ ਸੀ, ਪਰ ਉਸ ਨੂੰ ਇਹ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਕਿ ਕਿਤੇ ਪੰਜਾਬ ਦੇ ਲੋਕ ਪਹਿਲਾਂ ਵਿਹਲੇ ਹੋ ਕੇ ਯੂਪੀ ਦੇ ਕੁਝ ਵੈਸਟਰਨ ਯੂਪੀ ਜਾਂ ਕੁਝ ਖਾਸ ਹਿੱਸਿਆਂ ਦੇ ਵਿੱਚ ਪ੍ਰਭਾਵ ਨਾ ਪਾ ਦੇਣ, ਜਿਸ ਕਰਕੇ ਉੱਥੇ ਜਾ ਕੇ ਪ੍ਰਚਾਰ ਕਰਨ ਤੇ ਜਿਸ ਨਾਲ ਫਿਰ ਵੋਟ ਬੈਂਕ ਹੈ ਉਹ ਟੁੱਟ ਸਕਦਾ। ਇਸ ਤਰ੍ਹਾਂ ਦੀਆਂ ਸਮੀਕਰਨ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਹੁਣ ਦੇਖਣਾ ਪਏਗਾ ਕਿ ਯੂਪੀ ਦੇ ਉਹ ਕਿਹੜੇ ਹਿੱਸੇ ਨੇ ਜਿੱਥੇ ਦੂਸਰੇ ਗੇੜ ਦੀਆਂ ਵੋਟਾਂ ਜਿਹੜੀਆਂ ਹਨ ਪੰਜਾਬ ਦੇ ਨਾਲ ਹੀ ਪੈ ਜਾਂਦੀਆਂ ਨੇ। ਜੇ ਉਹੀ ਹਿੱਸੇ ਨੇ ਜਿੱਥੇ ਜ਼ਿਆਦਾ ਕਿਸਾਨ ਅੰਦੋਲਨ ਪ੍ਰਚੰਡ ਰਿਹਾ ਤਾਂ ਫਿਰ ਜ਼ਾਹਿਰਾ ਤੌਰ ਤੇ ਪੋਲੀਟੀਕਲ ਡਿਸੀਜਨ ਇਹ ਮੰਨਿਆ ਜਾ ਸਕਦਾ ਹੈ। ਪਰ ਓਵਰਆਲ ਇਲੈਕਸ਼ਨਾਂ ਅਨਾਉਂਸ ਹੋਈਆਂ ਨੇ। ਲੋਕਤੰਤਰ ਦੇ ਸਾਰੇ ਨੁਮਾਇੰਦਿਆਂ ਨੂੰ, ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਹ ਇੱਕ ਵਧਾਈ ਮੈਂ ਜ਼ਰੂਰ ਦੇਣੀ ਚਾਹਾਂਗਾ। ਭਾਵੇਂ ਕਿ ਸਾਡੇ ਸਿਸਟਮ ਦੇ ਵਿੱਚ ਹਜ਼ਾਰਾਂ ਖਾਮੀਆਂ ਨੇ, ਲੱਖਾਂ ਖਾਮੀਆਂ ਨੇ, ਪਰ ਫਿਰ ਵੀ ਸਾਡੇ ਕੋਲ ਸੋਚ ਸਮਝ ਦੇ ਨਾਲ ਵਧੀਆ ਨੁਮਾਇੰਦੇ ਚੁਣਨ ਦਾ ਇੱਕ ਮੌਕਾ ਅੱਜ ਫੇਰ ਸਾਨੂੰ ਮਿਲ ਗਿਆ 5 ਸਾਲ ਬਾਅਦ, ਤੇ ਇਹ ਸਾਡੇ ਵਾਸਤੇ ਮੌਕਾ ਹੈ ਕਿ ਅਸੀਂ ਕੋਈ ਵਧੀਆ ਨੁਮਾਇੰਦਾ ਚੁਣ ਲਈਏ। ਇਲੈਕਸ਼ਨ ਕਮਿਸ਼ਨ ਨੇ ਜਿਵੇਂ ਅੱਜ ਅਨਾਉਂਸਮੈਂਟ ਕੀਤੀ ਕਿ 16% ਬੂਥ ਵਧਾ ਦਿੱਤੇ ਨੇ ਤੇ ਇੱਕ ਬੂਥ ਤੇ ਵੋਟਰਸ ਦੀ ਗਿਣਤੀ ਵੀ ਘੱਟ ਹੋਊਗੀ ਤੇ ਪੋਲਿੰਗ ਦਾ ਟਾਈਮ ਵੀ ਵਧਾ ਦਿੱਤਾ ਜਸਟ ਡਿਊ ਟੂ ਕੋਵਿਡ। ਪਰ ਜੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤੇ 1,41,986 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਕਿਤੇ ਬੰਗਾਲ ਵਾਲੀ ਗੱਲ ਨਾ ਹੋ ਜਾਏ ਕੁਲਦੀਪ ਜੀ। ਦੇਖੋ, ਇਹ ਸ਼ਾਇਦ ਨਾ ਹੋਵੇ। ਦੋ ਵੱਡੇ ਇਸ ਵਿੱਚ ਫਰਕ ਨੇ। ਇੱਕ ਤੇ ਇਹ ਹੈ ਕਿ ਉਹ ਜਿਹੜਾ ਡੈਲਟਾ ਵੇਰੀਐਂਟ ਸੀ ਉਹ ਜ਼ਿਆਦਾ ਖਤਰਨਾਕ ਸੀ। ਦੂਸਰੀ ਸਮੱਸਿਆ ਇਹ ਸੀ ਕਿ ਉਸ ਡੈਲਟਾ ਵੇਰੀਐਂਟ ਨੇ ਸਾਹ ਦੀ ਸਮੱਸਿਆ ਲੋਕਾਂ ਨੂੰ ਬਹੁਤ ਜ਼ਿਆਦਾ ਪੈਦਾ ਕੀਤੀ, ਜਿਸ ਕਰਕੇ ਆਕਸੀਜਨ ਦੀ ਹਾਲਾਲਾ ਬਹੁਤ ਜ਼ਿਆਦਾ ਹੋਈ ਸਾਰੇ ਮੁਲਕ ਦੇ ਵਿੱਚ। ਤੀਸਰਾ ਕਾਰਨ ਇਹ ਹੈ ਕਿ ਮੈਂ ਸਮਝਦਾ ਕਿ ਉਦੋਂ ਅਜੇ ਤੱਕ ਟੀਕਿਆਂ ਵਾਲਾ ਕੰਮ ਬਹੁਤ ਸੁਸਤ ਰਫ਼ਤਾਰ ਦੇ ਵਿੱਚ ਸੀ ਤੇ ਅਸਲ ਵਿੱਚ ਭਾਵੇਂ ਜਿਵੇਂ ਕਹਿੰਦੇ ਨੇ ਕਿ ਅਸੀਂ ਸਿੱਖਦੇ ਨਹੀਂ ਸਹਿਜੇ ਕਿਤੇ ਕੋਈ ਚੀਜ਼, ਤੇ ਜਦੋਂ ਮੁਸ਼ਕਲ ਆਉਣ ਪਵੇ ਤੇ ਫੇਰ ਹੀ ਸਾਨੂੰ ਪਤਾ ਲੱਗਦਾ। ਤੇ ਅਸੀਂ ਉਦੋਂ ਹੀ ਟੀਕੇ ਲਗਵਾਉਣੇ ਸ਼ੁਰੂ ਕੀਤੇ ਜਦੋਂ ਸਾਨੂੰ ਲੱਗਾ ਕਿ ਇਹ ਬਲਦੇ ਸਿਵਿਆਂ ਦੀਆਂ ਲਾਟਾਂ ਜਿਹੜੀਆਂ ਨੇ ਸੈਟੇਲਾਈਟ ਦੇ ਵਿੱਚੋਂ ਵਿਖੀਆਂ ਜਾ ਸਕਦੀਆਂ ਨੇ ਤੇ ਦਰਿਆਵਾਂ ਦੇ ਵਿੱਚ ਰੁੜ ਕੇ ਲਾਸ਼ਾਂ ਜਾ ਰਹੀਆਂ ਨੇ ਤੇ ਉਹਨਾਂ ਦਾ ਬੇਲੀ ਵਾਰਸ ਕੋਈ ਨਹੀਂ ਹੈ। ਫਿਰ ਸਾਨੂੰ ਸਮਝ ਲੱਗੀ ਆ। ਅਜੇ ਵੀ ਤੁਸੀਂ ਦੇਖੋ ਸਵਲੀਨ, ਦੁੱਖ ਦੀ ਗੱਲ ਮੈਂ ਸੁਣ ਰਿਹਾ ਸੀ ਸਾਰੀਆਂ ਗੱਲਾਂ, ਮੈਨੂੰ ਥੋੜ੍ਹਾ ਜਿਹਾ ਦੁੱਖ ਹੋ ਰਿਹਾ ਸੀ। ਇਲੈਕਸ਼ਨ ਕਮਿਸ਼ਨ ਜਦੋਂ ਅਨਾਉਂਸ ਕਰ ਰਿਹਾ ਸੀ ਤੇ ਪੰਜਾਬ ਨੂੰ ਉਹਨਾਂ ਜਿਹੜੇ 5 ਸੂਬਿਆਂ ਦੇ ਵਿੱਚੋਂ ਉਹਨਾਂ ਸੂਬਿਆਂ 'ਚ ਗਿਣਿਆ ਜਿੱਥੇ ਘੱਟ ਟੀਕਾਕਰਨ ਅਜੇ ਹੋਇਆ। ਪੰਜਾਬ ਵਿਕਸਿਤ ਸੂਬਾ ਹੈ ਬਾਕੀ ਦੇ ਮੁਕਾਬਲੇ। 50% ਤੋਂ ਘੱਟ ਲੋਕ ਨੇ ਜਿਨ੍ਹਾਂ ਨੂੰ ਡਬਲ ਡੋਜ਼ ਹਾਲੇ ਲੱਗੀ ਨਹੀਂ ਹੈ। ਜੇ ਯੂਪੀ ਦੇ ਵਿੱਚ ਵੱਧ ਟੀਕਾਕਰਨ ਹੋਇਆ ਪੰਜਾਬ ਤੋਂ ਤਾਂ ਫਿਰ ਪੰਜਾਬ ਸਰਕਾਰ ਦੀ ਜਾਂ ਸਾਡੀ ਕੋਈ ਕੁਤਾਹੀ ਹੈ ਜਾਂ ਅਣਗਹਿਲੀ ਹੈ ਸਾਡੀ, ਅਸੀਂ ਇਸ ਤਰ੍ਹਾਂ ਸਮਝ ਰਹੇ ਜਾਂ ਰਿਕਾਰਡ ਤੇ ਨਹੀਂ ਹੈ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਅਜੇ ਵੀ ਪੰਜਾਬ ਵਾਸਤੇ ਇਲੈਕਸ਼ਨਾਂ ਵੀ ਜ਼ਰੂਰੀ ਨੇ ਤੇ ਹਰ ਸੂਬੇ ਵਾਸਤੇ ਜ਼ਰੂਰੀ ਨੇ। ਟੀਕਾਕਰਨ ਤੇ ਅੱਜ ਵੀ ਧਿਆਨ ਦੇਣਾ ਚਾਹੀਦਾ ਹੈ। ਔਰ ਜਿਵੇਂ ਸਰਕਾਰ ਐਲਾਨਾਂ ਤੇ ਲੱਗੀ ਹੋਈ ਸੀ, ਹੁਣ ਇਹ ਜੇ ਇੰਨਾ ਕੰਮ ਵੀ ਕਰ ਲਵੇ ਕਿ ਲੋਕਾਂ ਨੂੰ ਜ਼ੋਰਦਾਰ ਤਰੀਕੇ ਨਾਲ ਟੀਕੇ ਜਿਹੜੇ ਹਨ ਉਹ ਲਵਾ ਦੇਵੇ ਤੇ ਸਿਹਤ ਸਹੂਲਤਾਂ ਵੱਲ ਠੋਕ ਕੇ ਧਿਆਨ ਦੇਵੇ, ਮੈਂ ਸਮਝਦਾ ਕਿ ਸਰਕਾਰ ਦੀ ਇਹ ਸ਼ਾਬਾਸ਼ ਹੋਵੇ। ਜੀ ਕੁਲਦੀਪ ਜੀ, ਪੰਜਾਬ ਦੇ ਸਿਆਸੀਕਰਨਾਂ ਤੇ ਵੀ ਝਾਤ ਪਾਉਂਦੇ ਆ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਆ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪਿਛਲੇ ਕਈ ਦਿਨਾਂ ਤੋਂ ਜਾਂ ਕਹਿ ਲਈਏ ਕਿ ਜਿਸ ਦਿਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੋਤਾਹੀ ਹੋਈ ਹੈ, ਫਟਾਫਟ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਤੇ ਉਹ ਤੋਂ ਅਗਲੇ ਦਿਨ ਬੀਜੇਪੀ ਆਗੂ ਰਾਜਪਾਲ ਦੇ ਕੋਲ ਚਲੇ ਗਏ ਤੇ ਕਨਸੋਹਾਂ ਇਹ ਵੀ ਨਿਕਲ ਕੇ ਆਈਆਂ ਕਿ ਉਹ ਵੀ ਇਹੀ ਕਹਿਣ ਗਏ ਨੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਤੇ ਹੁਣ ਉਹ ਖਬਰਾਂ ਕਿੱਥੇ ਗਈਆਂ ਨੇ? ਕੱਲਾ ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ ਦੇ ਆਗੂ ਹੀ ਨਹੀਂ ਕਹਿ ਰਹੇ ਸੀ, ਬਹੁਤ ਸਾਰੇ ਮਾਹਿਰ ਤੇ ਆਮ ਲੋਕ ਵੀ ਇਹ ਗੱਲ ਕਰ ਰਹੇ ਸਨ ਕਿ ਦੇਖਿਓ ਪੰਜਾਬ ਵਿੱਚ ਇਲੈਕਸ਼ਨਾਂ ਉਹਨਾਂ ਨੇ ਕੇਂਦਰ ਨੇ ਹੋਣ ਨਹੀਂ ਜੇ ਦੇਣੀਆਂ, ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਦੇ ਰਹੇ ਨੇ ਤੇ ਚੋਣਾਂ ਅੱਗੇ ਮੁਲਤਵੀ ਹੁੰਦੀਆਂ ਰਹੀਆਂ ਨੇ ਜੀ। ਮੈਨੂੰ ਯਾਦ ਹੈ ਇੱਕ ਵਾਰੀ ਪੰਜਾਬ ਦੇ ਵਿੱਚ ਗਵਰਨਰ ਰਾਜ ਲੱਗਾ ਹੋਇਆ ਸੀ, ਰਾਜਪਾਲ ਦਾ ਰੂਲ ਸੀ, ਤੇ ਗਵਰਨਰ ਰਾਜ ਦੇ ਚਲਦਿਆਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਸੀ ਜ਼ਾਬਤਾ ਲੱਗ ਗਿਆ, ਚੋਣਾਂ ਹੋ ਰਹੀਆਂ ਸਨ। ਤੇ ਜਦੋਂ ਜਿਵੇਂ ਗੇੜਾਂ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਨੇ, ਦੱਖਣ ਦੇ ਸੂਬਿਆਂ ਦੇ ਵਿੱਚ ਤੇ ਹੋਰ ਬਾਕੀ ਸੂਬਿਆਂ ਦੇ ਵਿੱਚ 1 ਜਾਂ 2 ਦਿਨ ਪਹਿਲਾਂ ਇਲੈਕਸ਼ਨਾਂ ਹੋ ਗਈਆਂ, ਨਤੀਜੇ ਆ ਗਏ ਤੇ ਕਾਂਗਰਸ ਪਾਰਟੀ ਨੇ ਉਹਨਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ ਕਿ ਪੰਜਾਬ ਵਿੱਚ ਹਾਲਾਤ ਬਹੁਤੇ ਵਧੀਆ ਨਹੀਂ ਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਨਰਸਿਮਹਾ ਰਾਓ ਦੀ, ਤੇ ਚੋਣਾਂ ਤੋਂ 2 ਦਿਨ ਪਹਿਲਾਂ ਜਿਹੜੀਆਂ ਸੀ ਉਹ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਬਹੁਤ ਸਾਰੇ ਉਮੀਦਵਾਰਾਂ ਦੇ ਕਤਲ ਵੀ ਹੋਏ ਸੀ, ਪੁਰਾਣੀ ਗੱਲ ਹੈ, ਪਰ ਉਹਨਾਂ ਰੱਦ ਕੀਤੀਆਂ ਚੋਣਾਂ ਤੋਂ ਬਾਅਦ ਫਿਰ ਜਦੋਂ ਅਗਲੀਆਂ ਹੁੰਦੀਆਂ ਨੇ ਤੇ ਅਕਾਲੀ ਦਲ ਨੇ ਤੇ ਹੋਰਨਾਂ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਬਾਈਕਾਟ ਕੀਤਾ ਤੇ ਬੇਅੰਤ ਸਿੰਘ ਦੀ ਸਰਕਾਰ ਬਣ ਗਈ ਸੀ। ਕੁਝ ਪਰਸੈਂਟੇਜ ਵੋਟਾਂ ਪਈਆਂ ਸਨ, ਆਮ ਲੋਕਾਂ ਨੇ ਬਾਈਕਾਟ ਕੀਤਾ ਹੋਇਆ ਸੀ। ਖੈਰ ਇਹ ਪਹਿਲੀ ਗੱਲ ਹੈ। ਕੀ ਪੰਜਾਬ ਵਿੱਚ ਪਹਿਲਾਂ ਵਰਗੇ ਹਾਲਾਤ ਸਨ? ਨਹੀਂ। ਜੇ ਬੂਥ ਕੈਪਚਰਿੰਗ ਦੀ ਅੱਜ ਗੱਲ ਕਰ ਰਹੇ ਸੀ ਇਲੈਕਸ਼ਨ ਕਮਿਸ਼ਨ, ਚੋਣਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਧਾਂਦਲੀਆਂ ਦੀ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ, ਤੇ ਇਲੈਕਸ਼ਨ ਕਮਿਸ਼ਨ ਦੇ ਪੁਰਾਣੇ ਰਿਕਾਰਡ ਨੂੰ ਅਗਰ ਵੇਖ ਲਿਆ ਜਾਵੇ ਤੇ ਭਾਰਤ ਦੇ ਸਾਬਕਾ ਇਲੈਕਸ਼ਨ ਕਮਿਸ਼ਨਰ ਸਾਹਿਬ ਮਨੋਹਰ ਸਿੰਘ ਗਿੱਲ ਨੇ ਗੱਲ ਆਖੀ ਸੀ ਇੱਕ ਵਾਰ ਕਿ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸੂਬਾ ਭਾਰਤ ਦੇ ਉਹਨਾਂ ਸ਼ਾਂਤਮਈ ਸੂਬਿਆਂ ਦੇ ਵਿੱਚ ਹੈ ਜਿੱਥੇ ਕਦੀ ਬੂਥ ਕੈਪਚਰਿੰਗ ਵਰਗੀ ਸਹਿਜੇ ਕੀਤੇ ਘਟਨਾ ਇੰਨੀ ਜ਼ਿਆਦਾ ਨਹੀਂ ਹੁੰਦੀ। ਸੋ ਪੰਜਾਬ ਠੀਕ ਹੈ, ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ। ਪ੍ਰਧਾਨ ਮੰਤਰੀ ਸਾਹਿਬ ਦੀ ਕਾਫਲੇ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਰੋਕਿਆ ਗਿਆ ਜਾਂ ਰੈਲੀ ਦੇ ਵਿੱਚ ਲੋਕਾਂ ਦੀ ਗਿਣਤੀ ਘੱਟ ਸੀ, ਇਸ ਦਾ ਰਾਜਨੀਤੀਕਰਨ ਨੇ ਸਾਰੇ ਘਟਨਾਕ੍ਰਮ ਦਾ ਹੋ ਚੁੱਕਾ। ਭਾਵੇਂ ਅੱਜ ਵੀ ਜਾਂਚ ਏਜੰਸੀਆਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਦੇਖੋ ਕੀ ਹੋਇਆ ਸੀ, ਸਾਰੇ ਕਾਗਜ਼ਾਤ ਸਾਂਭ ਲਓ। ਅੱਜ ਵੀ ਖਿਚਾਈ ਹੋ ਰਹੀ ਹੈ ਤੇ ਡੀਜੀਪੀ ਵੀ ਪੰਜਾਬ ਦਾ ਬਦਲੀ ਕਰ ਦਿੱਤਾ ਗਿਆ ਜੀ। ਪਰ ਮੈਂ ਸਮਝਦਾ ਕਿ ਪੰਜਾਬ ਸਟੇਬਲ ਸਟੇਟ ਹੈ, ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ। ਮੈਨੂੰ ਕਦੇ ਨਹੀਂ ਲੱਗਿਆ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾ ਸਕੇਗਾ। ਦੂਸਰੇ ਇਸ ਦਾ ਕਾਰਨ ਕੀ ਸੀ? ਇੱਕ ਤੇ ਮੈਂ ਤੁਹਾਨੂੰ ਦੱਸਿਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੈ। ਆਮ ਤੌਰ ਤੇ ਰਾਸ਼ਟਰਪਤੀ ਰਾਜ ਇਸੇ ਕਰਕੇ ਲਾਇਆ ਜਾਂਦਾ ਜਦੋਂ ਕੇਂਦਰ ਇਹ ਫੈਸਲਾ ਲੈ ਲਵੇ ਕਿ ਇੱਥੇ ਦੀ ਸਰਕਾਰ ਕੰਮਕਾਜ ਚਲਾਉਣ ਦੇ ਵਿੱਚ ਅਸਮਰੱਥ ਹੈ ਤੇ ਉਹ ਨਹੀਂ ਚਲਾ ਸਕਦੇ ਤੇ ਸਾਂਭ ਨਹੀਂ ਸਕਦੇ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਦੂਸਰਾ ਕਾਰਨ ਹੈ ਕਿ ਜਾਂ ਜਦੋਂ ਕੇਂਦਰ ਨੂੰ ਆਪਣਾ ਕੋਈ ਇਸ ਵਿੱਚ ਸਿਆਸੀ ਲਾਹਾ ਦਿਸਦਾ ਹੋਵੇ, ਇਹ ਵੀ ਇਤਿਹਾਸ ਵਿੱਚ ਹੋਇਆ ਪਹਿਲਾਂ, ਤੇ ਹੁਣ ਜਦੋਂ ਕਿ ਸਮੇਂ ਵੀ ਬਦਲ ਚੁੱਕੇ ਨੇ ਤੇ ਰਾਸ਼ਟਰਪਤੀ ਰਾਜ ਲਾਉਣੇ ਵੀ ਸੌਖੇ ਨਹੀਂ। ਜੰਮੂ ਕਸ਼ਮੀਰ ਵਿੱਚ ਭਾਵੇਂ ਲੱਗਾ ਹੋਇਆ ਹੈ, ਉੱਥੇ ਦੇ ਲੋਕਾਂ ਨੂੰ ਵੀ ਵੋਟ ਦਾ ਹੱਕ ਚਾਹੀਦਾ, ਪਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਭਾਜਪਾ ਨੂੰ ਕੀ ਹਾਸਲ ਹੋਣ ਵਾਲਾ ਸੀ, ਇਸ ਗੱਲ ਦੀ ਮੈਨੂੰ ਸਮਝ ਨਹੀਂ ਪਈ। ਬਹੁਤਾ ਖੋਜ ਕੀਤਿਆਂ ਵੀ ਮੈਂ ਇਹਨਾਂ ਤੱਥਾਂ ਤੱਕ ਪਹੁੰਚ ਨਹੀਂ ਸਕਿਆ ਕਿ ਉਹਨਾਂ ਨੂੰ ਕੀ ਫਾਇਦਾ ਹੋਣਾ ਸੀ। ਇਸ ਦੇ ਨਾਲ ਕੀ ਉਹਨਾਂ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਨਾਲ ਪੰਜਾਬ ਵਿੱਚ ਫਾਇਦਾ, ਯੂਪੀ ਵਿੱਚ ਜਾਂ ਉੱਤਰਾਖੰਡ ਜਾਂ ਗੋਆ ਜਾਂ ਮਨੀਪੁਰ ਕਿਤੇ ਵੀ ਕੋਈ ਫਾਇਦਾ ਹੁੰਦਾ ਦਿਸਿਆ ਨਹੀਂ। ਤੇ ਇਸ ਕਰਕੇ ਮੈਂ ਇਸ ਗੱਲ ਤੇ ਕਾਫੀ ਦੇਰ ਪਹਿਲਾਂ ਤੋਂ ਮੇਰਾ ਇਹ ਮੰਨਣਾ ਸੀ, ਪਿਛਲਾ ਪ੍ਰੋਗਰਾਮ ਵੀ ਸਾਡਾ ਭਾਵੇਂ ਤੁਸੀਂ ਵੇਖ ਲਓ, ਉਸ ਵਿੱਚ ਇਹ ਸਪਸ਼ਟ ਆਖਿਆ ਗਿਆ ਸੀ ਕਿ ਨਹੀਂ, ਲੱਗਦਾ ਨਹੀਂ ਕਿ ਰਾਸ਼ਟਰਪਤੀ ਰਾਜ ਲੱਗੇਗਾ, ਕਿਉਂਕਿ ਤਿਆਰੀਆਂ ਬਹੁਤ ਜ਼ੋਰਦਾਰ ਤਰੀਕੇ ਨਾਲ ਹੋ ਰਹੀਆਂ ਸਨ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਅਜੇ ਸਿਰਫ ਇਲੈਕਸ਼ਨਾਂ ਅਨਾਉਂਸ ਹੋਈਆਂ ਨੇ ਤੇ ਜੇ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਇਲੈਕਸ਼ਨਾਂ ਤੋਂ 2 ਦਿਨ ਵੋਟਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਜਿਹੜਾ ਦੁਬਾਰਾ ਲੱਗ ਸਕਦਾ ਹੈ, ਭਾਵ ਕਿ ਲੱਗੇ ਹੋਏ ਨੂੰ ਬਹਾਲ ਕੀਤਾ ਜਾ ਸਕਦਾ ਹੈ ਤੇ ਚੋਣਾਂ ਰੱਦ ਕੀਤੀਆਂ ਜਾ ਸਕਦੀਆਂ ਨੇ, ਇਹ ਤਾਂ ਕਦੇ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸਥਿਤੀ ਪੰਜਾਬੀ ਆਉਣ ਨਹੀਂ ਦੇਣ ਵਾਲੇ। ਰਾਜਨੀਤਿਕ ਪਾਰਟੀਆਂ ਆਪਣੇ ਲਾਹੇ ਲਈ ਜੋ ਮਰਜ਼ੀ ਕਰਦੀਆਂ ਫਿਰਨ, ਪੰਜਾਬ ਦੇ ਲੋਕਾਂ ਨੂੰ ਆਪਣੇ ਚੰਗੇ ਨੁਮਾਇੰਦਿਆਂ ਦੀ ਲੋੜ ਹੈ ਤੇ ਉਹ ਚੰਗੇ ਨੁਮਾਇੰਦੇ ਚੁਣਨ ਵਾਸਤੇ ਉਹਨਾਂ ਕੋਲ ਮੌਕਾ ਇੱਕ ਵਾਰੀ ਫਿਰ ਹੱਥ ਵਿੱਚ ਆ ਗਿਆ। ਰਾਸ਼ਟਰਪਤੀ ਰਾਜ ਜੋ ਆਮ ਕਿਆ ਸਰਾਈਆਂ ਲੱਗ ਰਹੀਆਂ ਸਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੈਂ ਸਮਝਦਾ ਕਿ ਉਹਨਾਂ ਨੇ ਇੱਕ ਰੌਲਾ ਰੱਪਾ ਜਿਹਾ ਪਾ ਦਿੱਤਾ ਸੀ। ਉਹਨਾਂ ਦੀ ਮੰਗ ਵੀ ਇਹ ਜਾਇਜ਼ ਨਹੀਂ ਸੀ ਕਿਸੇ ਪਾਸਿਓਂ ਕਿ ਰਾਸ਼ਟਰਪਤੀ ਰਾਜ ਲਾ ਦਿਓ, ਭਾਵੇਂ ਕਿ ਉਹ ਆਪਣੀਆਂ ਕੁਝ ਕਾਰਨਾਂ ਕਰਕੇ ਖਿਜੇ ਹੋਏ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ, ਇਸ ਤੋਂ ਬਾਅਦ ਹੋਰ ਕੁਝ ਨਹੀਂ ਸੀ। ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਆਪਣਾ ਸਿਆਸੀ ਭਵਿੱਖ ਵੀ ਇਸ ਐਲਾਨ ਦੇ ਨਾਲ ਖਟਾਈ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ।
ਕੁਲਦੀਪ ਜੀ, ਪੰਜਾਬ ਦੀ ਸਿਆਸਤ ਇਸ ਵੇਲੇ ਬਹੁਤ ਗਰਮ ਆ। ਹਰ ਕਿਸੇ ਨੇ ਇੱਕ ਦੂਜੇ ਵੱਲ ਤੋਪਾਂ ਗੱਡੀਆਂ ਹੋਈਆਂ ਨੇ, ਪਰ ਆਪਣਾ ਪ੍ਰਧਾਨ ਮੁੱਖ ਮੰਤਰੀ ਕੋਈ ਨਹੀਂ ਐਲਾਨਦਾ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਆਮ ਆਦਮੀ ਪਾਰਟੀ, ਚਾਹੇ ਕੈਪਟਨ ਦੀ ਪਾਰਟੀ ਦੀ ਗੱਲ ਕਰ ਲਈਏ। ਕੀ ਮੁੱਖ ਮੰਤਰੀ ਏਡੀ ਵੱਡਮੁੱਲੀ ਸ਼ੈ ਆ ਕਿ ਜਿਹਨੂੰ ਲੁਕਾ ਕੇ ਰੱਖਣਾ ਜ਼ਰੂਰੀ ਹੈ? ਤੁਸੀਂ 3 ਪਾਰਟੀਆਂ ਦੇ ਨਾਮ ਲਏ ਨੇ, ਤੁਸੀਂ ਮੈਨੂੰ ਇਹ ਦੱਸੋ ਕਿ ਅਕਾਲੀ ਦਲ ਨੇ ਐਲਾਨਿਆ ਹੋਇਆ ਆਪਣਾ ਮੁੱਖ ਮੰਤਰੀ? ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਣਗੇ। ਦੇਖੋ ਫੇਰ ਵੀ ਐਲਾਨਿਆ ਨਹੀਂ ਨਾ। ਨਹੀਂ, ਆਫੀਸ਼ੀਅਲੀ ਨਹੀਂ ਐਲਾਨਿਆ। ਹਾਂ, ਕਿਉਂਕਿ ਜਦੋਂ ਇਸ ਟਰਮ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਪਾਰਟੀ ਜਿੱਤੀ ਸੀ, ਉਸ ਤੋਂ ਪਹਿਲਾਂ ਜੋ 5 ਸਾਲ ਜਿਹੜਾ ਅਕਾਲੀ ਦਲ ਨੇ ਰਾਜ ਕੀਤਾ ਹੈ, ਉਸ ਤੋਂ ਪਹਿਲਾਂ ਹੀ ਆਖਿਆ ਜਾ ਰਿਹਾ ਸੀ ਕਿ ਇਸ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਬਣਨਗੇ, ਸੁਖਬੀਰ ਬਾਦਲ ਹੀ ਬਣਨਗੇ। ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਹੀ ਰਹੇ ਨੇ, ਭਾਵੇਂ ਕਿ ਉਮਰਦਰਾਜ਼ ਹੋ ਚੁੱਕੇ ਨੇ। ਅੱਜ ਵੀ ਅਕਾਲੀ ਦਲ ਵੀ ਇਹ ਸਾਬਤ ਨਹੀਂ ਕਰ ਸਕਿਆ ਕਿ ਉਹ ਹੀ ਸਾਡੇ ਉਮੀਦਵਾਰ ਹੋਣਗੇ, ਮੁੱਖ ਮੰਤਰੀ ਦਾ ਚਿਹਰਾ ਹੋਣਗੇ ਜਾਂ ਸੁਖਬੀਰ ਬਾਦਲ ਹੋਣਗੇ। ਪਰ ਜਿਸ ਤਰ੍ਹਾਂ ਦੀ ਭੱਜ-ਨੱਸ ਜਿਹੜੀ ਹੈ, ਦੌੜ ਭੱਜ ਸੁਖਬੀਰ ਬਾਦਲ ਨੇ ਕੀਤੀ ਹੈ, ਤੇ ਕਿਉਂਕਿ ਹੋ ਸਕਦਾ ਕਿ ਉਹ ਹੀ ਚਿਹਰਾ ਹੋਣ। ਹਾਂ, ਇਹਨਾਂ ਉਹਨਾਂ ਨੇ ਕਹਿਤਾ ਸੀ ਕਿ ਉਪ ਮੁੱਖ ਮੰਤਰੀ ਸਾਡਾ ਇੱਕ ਖਾਸ ਸਮਾਜ ਦੇ ਵਿੱਚੋਂ ਹੋਵੇਗਾ। ਆਮ ਆਦਮੀ ਪਾਰਟੀ ਦੇ ਬਾਰੇ ਵੀ ਰੌਲਾ ਪੈ ਰਿਹਾ। ਆਮ ਆਦਮੀ ਪਾਰਟੀ ਜਦੋਂ ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਉਂਗਲੀ ਖੜੀ ਕਰਕੇ ਸਿੱਖ ਸਮਾਜ ਦੇ ਵਿੱਚੋਂ ਸਾਡਾ ਜਿਹੜਾ ਮੁੱਖ ਮੰਤਰੀ ਹੋਵੇਗਾ, ਜਿੱਤੇ ਸਾਰਾ ਪੰਜਾਬ ਮਾਣ ਕਰੂਗਾ, ਜਿੱਥੇ ਸਾਰਾ ਪੰਜਾਬ ਮਾਣ ਕਰੇਗਾ। ਹੁਣ ਉਹ ਮਾਣ ਨਾਣਾ ਹੈ ਕਿ ਨੰਨਾ ਹੈ, ਮਾਣ ਹੋਵੇਗਾ, ਇਸ ਗੱਲ ਇਹ ਪਤਾ ਨਹੀਂ ਹੈ। ਹਾਂ, ਇੱਕ ਗੱਲ ਹੈ ਕਿ ਮਹੀਨੇ ਵਿੱਚ 3 ਜਾਂ 4 ਦਿਨ ਇਹੋ ਜਿਹੇ ਲੰਘ ਜਾਂਦੇ ਨੇ ਜਦੋਂ ਰੌਲਾ ਪੈ ਜਾਂਦਾ ਹੈ ਕਿ ਭਗਵੰਤ ਮਾਨ ਨੂੰ ਜਲਦੀ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ। ਇਹ ਵੀ ਗੱਲ ਸਾਬਤ ਹੈ ਕਿ ਭਗਵੰਤ ਮਾਨ ਨਾਰਾਜ਼ ਹੋ ਕੇ ਅੰਦਰ ਬੈਠ ਗਏ ਸਨ ਤੇ ਆਪਣੇ ਸਪੋਰਟਰਾਂ ਤੋਂ ਹਾਈ ਕਮਾਨ ਤੇ ਦਬਾਅ ਪਾ ਰਹੇ ਸੀ, ਆਲਾ ਕਮਾਨ ਤੇ, ਕਿ ਭਗਵੰਤ ਮਾਨ ਨੂੰ ਹੀ ਚਿਹਰਾ ਜਿਹੜਾ ਹੈ ਮੁੱਖ ਮੰਤਰੀ ਦਾ ਬਣਾਇਆ ਜਾਵੇ। ਫਿਰ ਬਲਬੀਰ ਸਿੰਘ ਰਾਜੇਵਾਲ ਦੀ ਵੀ ਨਾਮ ਆਉਣ ਲੱਗ ਪਿਆ, ਹੋਰ ਕਈਆਂ ਦੇ ਨਾਮ ਆਏ, ਪਰ ਓਵਰਆਲ ਜਿਹੜਾ ਹੈ ਅਜੇ ਤੱਕ ਆਮ ਆਦਮੀ ਪਾਰਟੀ ਇਸ ਫੈਸਲੇ ਤੇ ਅੜੀ ਹੋਈ ਹੈ ਦੱਸਣ ਤੋਂ ਕਿ ਸਾਡਾ ਚਿਹਰਾ ਕੌਣ ਹੋਵੇਗਾ। ਅਸਲੀਅਤ ਮੈਨੂੰ ਜੋ ਜਾਪਦੀ ਹੈ, ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਇਹ ਤਾਂ ਫਿਰ ਜੇ ਕਰਨਾ ਹੋਵੇ ਤਾਂ ਇਹ ਤਾਂ ਫਿਰ ਵੱਡਾ ਐਲਾਨ ਹੋਵੇਗਾ, ਇਹ ਇੱਕ ਵੱਡੀ ਇਵੈਂਟ ਹੋਣੀ ਚਾਹੀਦੀ ਹੈ ਜਦੋਂ ਅਸੀਂ ਮੁੱਖ ਮੰਤਰੀ ਕੋਈ ਐਲਾਨ ਕਰਨਾ ਹੈ। ਤੇ ਚਲੋ ਅਜੇ ਤੱਕ ਉਹਨਾਂ ਨੇ ਇਹ ਕੋਈ ਐਲਾਨ ਨਹੀਂ ਕੀਤਾ, ਪਰ ਪੰਜਾਬ ਦੇ ਵਿੱਚ ਲੱਗੇ ਹੋਏ ਪੋਸਟਰ ਜਿਹੜੇ ਹਨ ਉਹਨਾਂ ਨੂੰ ਜਿਹੜਾ ਗੌਰ ਨਾਲ ਪੜ੍ਹੀਏ ਤੇ ਵੱਡੇ ਵੱਡੇ ਬਿਲਬੋਰਡ ਲੱਗੇ ਹੋਏ ਨੇ, ਫਲੈਕਸਾਂ ਲੱਗੀਆਂ ਹੋਈਆਂ ਨੇ, ਥੱਲੇ ਝਾੜੂ ਦੀ ਫੋਟੋ ਬਣੀ ਹੋਈ ਹੈ ਤੇ ਇੱਕ ਪਾਸੇ ਕੇਜਰੀਵਾਲ ਦੀ ਫੋਟੋ ਬਣੀ ਹੋਈ ਹੈ ਵੱਡੀ ਸਾਰੀ, ਤੇ ਨਾਲ ਲਿਖਿਆ ਹੋਇਆ ਇੱਕ ਮੌਕਾ ਕੇਜਰੀਵਾਲ। ਪਰ ਇਸ ਵੇਲੇ ਝਾੜੂ ਨੇ ਰੱਸੀ ਝਾੜੂ ਨੂੰ ਖੂਬ ਕੱਸ ਕੇ ਬੰਨੀ ਹੈ ਕਿ ਕਿਤੇ ਤੀਲਾ ਨਾ ਹੋ ਜਾਏ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਠੀਕ ਹੈ ਜੀ, ਰੱਸੀ ਬੰਨੀ ਹੈ, ਪਰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਨਹੀਂ ਲਿਖਿਆ ਜਾ ਰਿਹਾ, ਇੱਕ ਮੌਕਾ ਕੇਜਰੀਵਾਲ ਨੂੰ ਲਿਖਿਆ ਜਾ ਰਿਹਾ। ਤੁਸੀਂ ਬੇਸ਼ੱਕ ਫਲੈਕਸ ਕਿਤੇ ਵੀ ਦੇਖ ਲਓ, ਰੱਸੀ ਉਹਨਾਂ ਨੇ ਬੰਨੀ ਹੋਈ ਹੈ। ਬਾਕੀ ਹੁਣ ਪਾਰਟੀਆਂ ਦੀ ਗੱਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਅਜੇ ਤੱਕ ਪੰਜਾਬ ਦੇ ਵਿੱਚ ਜਿਵੇਂ ਲੱਗ ਰਿਹਾ ਸੀ ਕਿ ਇੱਕ ਵੇਵ ਆਈ ਕੁਝ ਦਿਨਾਂ ਵਾਸਤੇ ਕਿ ਸਵੇਰ ਨੂੰ ਉੱਠ ਕੇ ਅਖਬਾਰ ਫੜਦੇ ਸਾਂ ਜਾਂ ਜਿਹੜਾ ਸੋਸ਼ਲ ਮੀਡੀਆ ਜਾਂ ਹੋਰ ਦੂਸਰਾ ਮੀਡੀਆ ਦੇਖਦੇ ਸੀ ਕਿ ਫਲਾਨਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਿਆ, ਫਲਾਨਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਿਆ। ਮੈਨੂੰ ਲੱਗਦਾ ਹੈ ਕਿ ਫਿਰੋਜ਼ਪੁਰ ਵਾਲੀ ਰੈਲੀ ਦੇ ਜਿਹੜਾ ਇੱਕ ਫਲॉप ਸ਼ੋਅ ਤੋਂ ਬਾਅਦ ਇਹ ਜਿਹੜਾ ਇੱਕ ਵਹੀਰਾਂ ਉੱਧਰੋਂ ਘੱਤੀਆਂ ਹੋਈਆਂ ਸਨ ਸਾਰੇ ਆਗੂਆਂ ਨੇ, ਇਹ ਉਸ ਦਿਨ ਤੋਂ ਰੁਕ ਵੀ ਗਈਆਂ ਨੇ ਤੇ ਉਹ ਹੁਣ ਬਹੁਤੀਆਂ ਜ਼ਿਆਦਾ ਨਹੀਂ ਹੋਣਗੀਆਂ। ਸੋ ਕਾਂਗਰਸ ਦੀ ਹੁਣ ਜਿਹੜੀ ਗੱਲ ਹੈ, ਸਭ ਤੋਂ ਇੰਟਰਸਟਿੰਗ ਸਥਿਤੀ ਜਿਹੜੀ ਹੈ ਕਾਂਗਰਸ ਦੀ ਹੋਵੇਗੀ, ਪਰ ਮੈਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਹੀ ਚੋਣਾਂ ਹੋ ਜਾਣਗੀਆਂ, ਇਸੇ ਰੌਲੇ ਰੱਪੇ ਦੇ ਵਿੱਚ, ਕਿਉਂਕਿ ਪਿਛਲੇ ਕੁਝ ਦਿਨਾਂ ਨੂੰ ਅਸੀਂ ਫਰੋਲ ਲਈਏ ਤੇ ਨਵਜੋਤ ਸਿੰਘ ਸਿੱਧੂ ਵੀ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ ਐਲਾਨਾਂ ਦੀ ਗੱਲ ਕਰ ਰਹੇ ਨੇ। ਸਿਆਸਤਦਾਨ ਜਾਪ ਰਹੇ ਨੇ ਕੁਝ ਦਿਨਾਂ ਤੋਂ। ਬਿਲਕੁਲ, ਉਹਨਾਂ ਨੇ ਨਵਾਂ ਪੈਂਤੜਾ ਇਖਤਿਆਰ ਕਰ ਲਿਆ। ਹੁਣ ਉਹ ਕਿਸੇ ਦੇ ਖਿਲਾਫ ਨਹੀਂ ਬੋਲਦੇ ਤੇ ਠੋਕੋ ਤਾਲੀ ਹੁਣ ਉਹਨਾਂ ਦੀ ਖੂਬ ਚੱਲ ਰਹੀ ਹੈ ਤੇ ਦੂਸਰਿਆਂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ। ਖੈਰ, ਰੈਲੀਆਂ ਹੁਣ ਉਹਨਾਂ ਨੂੰ ਕਰਨੇ ਨੂੰ ਮਿਲਣੀਆਂ ਨਹੀਂ ਤੇ ਸੋਸ਼ਲ ਮੀਡੀਆ ਤੇ ਜਾਂ ਹੋਰ ਕਿਸੇ ਤਰੀਕੇ ਇੰਟਰਵਿਊਜ਼ ਦੇ ਜ਼ਰੀਏ ਹੀ ਉਹ ਬੋਲਣਗੇ। ਤੇ ਨਵਜੋਤ ਸਿੰਘ ਸਿੱਧੂ ਕਿਹੜਾ ਪੈਂਤੜਾ ਅਖਤਿਆਰ ਕਰਦੇ ਨੇ ਤੇ ਆਪਣਾ ਦਾਅਵਾ ਕਿੰਨੀ ਹਿੱਕ ਠੋਕ ਕੇ ਪੇਸ਼ ਕਰਦੇ ਨੇ, ਇਸ ਗੱਲ ਦਾ ਵੀ ਅਜੇ ਅਸੀਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ। ਪਰ ਮੈਨੂੰ ਜਾਪਦਾ ਇਸੇ ਤਰ੍ਹਾਂ ਹੀ ਹੈ ਕਿ ਕਾਂਗਰਸ ਪਾਰਟੀ ਦੀ ਤਿਆਰੀ ਉਨੀ ਨਹੀਂ ਹੈ ਔਰ ਉਹਨਾਂ ਨੇ ਉਮੀਦਵਾਰ ਚੋਣਾਂ ਤੋਂ ਪਹਿਲਾਂ ਨਹੀਂ ਐਲਾਨਣਾ। ਉਹਨਾਂ ਨੇ ਸਾਰੀਆਂ ਧਿਰਾਂ ਦੀਆਂ ਵੋਟਾਂ ਹਾਸਲ ਕਰਨ ਦਾ ਯਤਨ ਕਰਨਾ ਹੈ। ਦਲਿਤ ਕਾਰਡ ਉਹਨਾਂ ਨੇ ਗੁਜ਼ਾਰੇ ਜੋਗਾ ਖੇਡ ਲਿਆ ਤੇ ਬਾਕੀ ਭਾਈਚਾਰਿਆਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੇ। ਕਿਸਾਨਾਂ ਨਾਲ ਅਜੇ ਕੋਈ ਗੱਲਬਾਤ ਸਿਰੇ ਲੱਗੀ ਨਹੀਂ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਜੇ ਉਹ ਐਲਾਨ ਕਰ ਦਿੰਦੇ ਨੇ, ਫਿਰ ਇੱਕ ਖਾਸ ਭਾਈਚਾਰਾ ਜਿਹੜਾ ਨਾਰਾਜ਼ ਹੋਣ ਦੇ ਵਧੇਰੇ ਚਾਂਸ ਹੋ ਸਕਦੇ ਨੇ। ਪਰ ਅਜੇ ਤੱਕ ਕਾਂਗਰਸ ਪਾਰਟੀ ਆਪਣਾ ਚਿਹਰਾ ਨਹੀਂ ਐਲਾਨੇਗੀ, ਮੈਨੂੰ ਇਸ ਤਰ੍ਹਾਂ ਜਾਪਦਾ ਹੈ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੋਣੇ ਹਾਂ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਜੇ ਕਰੀਏ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ, ਤੇ ਜਿਹੜਾ ਰਾਤ ਨੂੰ ਕਾਂਗਰਸ 'ਚ ਹੁੰਦਾ ਸਵੇਰੇ ਉੱਠਦਿਆਂ ਭਾਜਪਾ 'ਚ ਚਲ ਜਾਂਦਾ, ਕਹਿੰਦਾ ਭਾਈ ਟਿਕਟ ਨਹੀਂ ਮਿਲੀ, ਤੇ ਸਿੱਧੂ ਸਾਹਿਬ ਕਹਿੰਦੇ ਨੇ ਕਿ ਇੱਕ ਪਰਿਵਾਰ 'ਚੋਂ ਇੱਕੋ ਨੂੰ ਟਿਕਟ ਦੇਣੀ ਹੈ ਤੇ ਟਿਕਟ ਉਹਨੂੰ ਦੇਵਾਂਗੇ ਜਿਹਦੇ ਜਿੱਤਣ ਦੇ ਚਾਂਸਿਸ ਨੇ। ਦਾਗੀ ਉਮੀਦਵਾਰਾਂ ਨੂੰ ਇਸ ਵਾਰੀ ਲੱਗਦਾ ਟਿਕਟ ਮਿਲ ਸਕਦੀ? ਵੈਸੇ ਤੇ ਦੁੱਧ ਧੋਤਾ ਕੋਈ ਵੀ ਨਹੀਂ ਹੈ। ਉਹ ਗੱਲ ਠੀਕ ਹੈ, ਦਾਗੀ ਉਮੀਦਵਾਰਾਂ ਤੇ ਇਲੈਕਸ਼ਨ ਕਮਿਸ਼ਨ ਨੇ ਵੀ ਗੱਲ ਕੀਤੀ ਹੈ ਕਿ ਜੇ ਕਿਸੇ ਦਾਗੀ ਉਮੀਦਵਾਰ ਨੂੰ ਕੋਈ ਪਾਰਟੀ ਟਿਕਟ ਦਿੰਦੀ ਹੈ ਤੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਕਿ ਇਸ ਨੂੰ ਕਿਉਂ ਟਿਕਟ ਦਿੱਤੀ ਗਈ ਹੈ ਜੀ। ਪਰ ਇਹ ਕੌਣ ਸਪਸ਼ਟੀਕਰਨ ਦੇਵੇਗਾ? ਹੁਣ ਦਾਗੀ ਕੌਣ ਹੈ ਇਲੈਕਸ਼ਨ ਕਮਿਸ਼ਨ ਦੀ ਨਜ਼ਰ ਦੇ ਵਿੱਚ? ਕਿ ਜਿਸ ਤੇ 5-6 ਕੇਸ ਪਏ ਹੋਏ ਨੇ ਜਾਂ ਕਿਸੇ ਕੋਈ ਸਜ਼ਾ ਜ਼ਾਬਤਾ ਨੂੰ ਤੇ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੈ ਜੀ। ਹੁਣ ਦਾਗੀ ਕਿਸ ਨੂੰ ਗਿਣਿਆ ਜਾਂਦਾ ਹੈ ਤੇ ਕਿਸ ਨਜ਼ਰ ਨਾਲ ਗਿਣਿਆ ਜਾਂਦਾ ਹੈ? ਤੇ ਜੇ ਮੈਂ ਇਹ ਆਖਾਂ ਕਿ ਨਵਜੋਤ ਸਿੰਘ ਸਿੱਧੂ ਜਦੋਂ ਕਹਿੰਦੇ ਨੇ ਕਿ ਦਾਗੀਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ, ਤੇ ਜੇ ਉਹਨਾਂ ਦੀ ਦਾਗੀ ਦੀ ਡੈਫੀਨੇਸ਼ਨ ਸਾਡੇ ਨਾਲ ਮੇਲ ਖਾਂਦੀ ਹੋਵੇ, ਫਿਰ ਤੇ ਕਈ ਦਾਗੀ ਮੰਤਰੀ ਮੰਡਲ 'ਚ ਬੈਠੇ ਹੋਏ ਨੇ। ਸੋ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਇੱਕ ਪਰਿਵਾਰ 'ਚ ਇੱਕ ਟਿਕਟ ਹੋਵੇਗੀ, ਪਹਿਲਾਂ ਤਾਂ ਉਹਨਾਂ ਦੀ ਆਪਣੀ ਇੱਕ ਟਿਕਟ ਕੱਟੀ ਜਾਣੀ ਹੈ ਇਸ ਹਿਸਾਬ ਨਾਲ। ਬਿਲਕੁਲ, ਬੀਬੀ ਸਿੱਧੂ ਨੂੰ ਫਿਰ ਟਿਕਟ ਨਹੀਂ ਮਿਲਣ ਵਾਲੀ ਜਾਂ ਉਹਨਾਂ ਨੂੰ ਆਪਣੀ ਇਲੈਕਸ਼ਨ ਲੜਨੀ। ਹੁਣ ਇੱਕ ਗੱਲ ਇਹ ਵੀ ਹੈ ਕਿ ਜਾਂ ਤਾਂ ਕੱਲ੍ਹ ਨੂੰ ਕਹਿ ਦੇਣਗੇ ਕਿ ਮੈਂ ਤਾਂ ਇੱਕ ਜ਼ਿਲ੍ਹੇ ਦੀ ਗੱਲ ਕੀਤੀ ਸੀ ਕਿ ਬੀਬੀ ਸਿੱਧੂ ਅੰਮ੍ਰਿਤਸਰ ਤੋਂ ਲੜਨਗੇ ਤੇ ਮੈਂ ਲੜਾਂਗਾ ਪਟਿਆਲੇ ਤੋਂ। ਬਿਲਕੁਲ, ਪਰ ਇਹ ਅਜੇ ਪਤਾ ਕੁਝ ਨਹੀਂ ਹੈ। ਟਿਕਟਾਂ ਕਿਸ ਹਿਸਾਬ ਨਾਲ ਦਿੱਤੀਆਂ ਜਾਣੀਆਂ ਨੇ, ਕਾਂਗਰਸ ਹਮੇਸ਼ਾ ਅੱਗੇ ਵੀ ਲੇਟ ਹੁੰਦੀ ਹੈ, ਇਸ ਵਾਰੀ ਵੀ ਲੇਟ ਹੈ ਬਾਕੀਆਂ ਨਾਲੋਂ, ਕਿਉਂਕਿ ਆਪਣੇ ਭੰਬਲ ਭੂਸੇ ਵਿੱਚ ਪਏ ਹੋਏ ਨੇ। ਅਜੇ ਤੱਕ ਉਹਨਾਂ ਦਾ ਜ਼ੋਰ ਸਿਰਫ ਐਲਾਨ ਕਰਨ ਤੇ ਲੱਗਾ ਹੋਇਆ ਸੀ ਤੇ ਉਦਘਾਟਨ ਕਰਨ ਤੇ ਲੱਗਾ ਹੋਇਆ ਸੀ। ਪੰਜਾਬ ਵਿੱਚ ਜਦੋਂ ਅਸੀਂ ਇਸ ਮੌਕੇ ਤੇ ਗੱਲ ਕਰ ਰਹੇ ਹਾਂ, ਪਤਾ ਨਹੀਂ ਕਿੰਨੀ ਕੁ ਜਗ੍ਹਾ ਤੇ ਨੀਂਹ ਪੱਥਰ ਤਾਜ਼ੇ ਜਿਹੜੇ ਨੇ ਰੱਖੇ ਗਏ ਨੇ, ਜਿੱਥੇ ਅਜੇ ਇੱਕ ਇੱਟ ਵੀ ਨਹੀਂ ਲੱਗੀ, ਸਿਰਫ ਨੀਂਹ ਪੱਥਰ ਵਾਲੀਆਂ ਇੱਟਾਂ ਦਾ ਚਬੂਤਰਾ ਹੀ ਖੜਾ ਹੈ। ਇਹੋ ਜਿਹੇ ਥਾਂ ਤੁਹਾਨੂੰ ਘੱਟੋ ਘੱਟ ਪੂਰੇ ਪੰਜਾਬ ਵਿੱਚ ਵੇਖੇ ਜਾਣ ਤੇ 500 ਤੋਂ ਉੱਪਰ ਮਿਲ ਜਾਣਗੇ। ਇੱਕ ਜ਼ਿਲ੍ਹੇ ਦੇ ਵਿੱਚ ਹੀ 100 ਨੇ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਹੁਣ ਉਹਨਾਂ ਨੂੰ ਵੇਲ ਮਿਲੇਗਾ। ਕੇਂਦਰੀ ਹਾਈਕਮਾਨ ਦੇ ਬਾਰੇ ਪਤਾ ਲੱਗਾ ਸੀ ਕਿ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ, ਪਰ ਕੀ ਉਹ ਅੰਦਰ ਖਾਤੇ ਆ ਕੇ ਮੁੜ ਜਾਣਗੇ ਤੇ ਰੋਡ ਸ਼ੋਅ ਕਰਨਗੇ, ਜਾਂ ਟਰੈਕਟਰ ਤੇ ਜਿਵੇਂ ਅੱਗੇ ਬੈਠ ਕੇ ਉਹਨਾਂ ਨੇ ਇੱਕ ਸ਼ੋਅ ਕੀਤਾ ਸੀ, ਉਸ ਦੀ ਤੇ ਹੁਣ ਇਜਾਜ਼ਤ ਨਹੀਂ ਹੈ। ਇਲੈਕਸ਼ਨ ਕਮਿਸ਼ਨ ਨੇ ਸਾਫ਼ ਕਹਿ ਦਿੱਤਾ ਹੈ। ਤੇ ਰਾਹੁਲ ਗਾਂਧੀ ਪੰਜਾਬ ਆ ਕੇ ਕੀ ਕਰਨਗੇ ਤੇ ਕੌਣ ਪੰਜਾਬ ਦੀਆਂ ਇਲੈਕਸ਼ਨਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗਾ ਤੇ ਫਾਈਨਲ ਕਰੇਗਾ? ਕੀ ਇਸ ਬਾਰੇ ਕੋਈ ਅੰਦਰੂਨੀ ਡਿਸਕਸ਼ਨ ਹੋਈ ਵੀ ਹੈ ਕਿ ਨਹੀਂ ਹੋਈ ਹੈ, ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਹਾਂ, ਹੁਣ ਅੱਜ ਦੇ ਦਿਨ ਤੋਂ ਬਾਅਦ ਜਦੋਂ ਗਵਰਨੈਂਸ ਤੇ ਘੱਟ ਧਿਆਨ ਹੋਵੇਗਾ, ਮੌਜੂਦਾ ਗਵਰਨੈਂਸ ਤੇ ਜ਼ਿਆਦਾ ਧਿਆਨ ਜਿਹੜਾ ਹੈ ਉਹ ਪਾਰਟੀ ਦੀ ਕਾਰਜਕਾਰੀ ਤੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖਣ ਦੇ ਵਿੱਚ ਹੋਵੇਗਾ। ਅੱਜ ਦੇ ਦਿਨ ਤੋਂ ਮੈਂ ਕਹਿ ਸਕਦਾ ਕਿ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਪੰਜਾਬ ਕਾਂਗਰਸ ਦੇ ਬਾਕੀ ਅਹੁਦੇਦਾਰਾਂ ਦੇ ਨਾਲੋਂ ਸਭ ਤੋਂ ਵੱਧ ਹੋਵੇਗੀ, ਕਿਉਂਕਿ ਪਾਰਟੀ ਪ੍ਰਧਾਨ ਉਹ ਨੇ, ਉਹਨਾਂ ਦੇ ਹੱਥ ਵਿੱਚ ਬਹੁਤ ਕੁਝ ਹੋਵੇਗਾ ਟਿਕਟਾਂ ਨੂੰ ਲੈ ਕੇ ਜੀ। ਤੇ ਜੇ ਗੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਰੀਏ, ਤੇ ਬੜਾ ਠੋਕਵਾਂ ਜਿਹਾ ਤੰਜ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਕੱਸਿਆ। ਵੱਲਭ ਭਾਈ ਪਟੇਲ ਦੇ ਕੋਟ ਦਾ ਹਵਾਲਾ ਦਿੱਤਾ ਆ, ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਜੀ ਕਿ ਸਰਦਾਰ ਪਟੇਲ ਦਾ ਇੱਕ ਕੋਟ ਹੈ, ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਦੇਸ਼ ਦੇ ਹਿੱਤ ਦੇ ਨਾਲੋਂ ਆਪਣੀ ਜਾਨ ਜ਼ਿਆਦਾ ਪਿਆਰੀ ਹੈ ਤੇ ਜਾਨ ਗਵਾਉਣ ਦਾ ਵੱਧ ਡਰ ਹੈ, ਤੇ ਉਸ ਨੂੰ ਫਿਰ ਇਸ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ। ਹੁਣ ਇਹ ਇਸ ਤਰ੍ਹਾਂ ਦਾ ਇੱਕ ਉਹਨਾਂ ਨੇ ਲਪੇਟਵਾਂ ਜਾਂ ਇੱਕ ਗੋਲਾ ਦਾਗਿਆ। ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਨੂੰ ਜਿਸ ਤਰੀਕੇ ਨਾਲ ਹੈਂਡਲ ਕੀਤਾ, ਜਿਸ ਸਹਿਜ ਦੇ ਨਾਲ, ਜਿਸ ਠਰਮੇ ਦੇ ਨਾਲ, ਇਹ ਮੈਂ ਸਮਝਦਾ ਕਿ ਉਹਨਾਂ ਦਾ ਇੱਕ ਵਿਅਕਤੀਤਵ ਹੀ ਹੈ ਕਿ ਜਿਵੇਂ ਉਹ ਹਰ ਗੱਲ ਕਰਦੇ ਨੇ। ਮੋਦੀ ਸਾਹਿਬ ਦੀ ਰੈਲੀ ਵਿੱਚ ਜਾਣ ਦੀ ਘਟਨਾਕ੍ਰਮ ਤੋਂ ਬਾਅਦ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ, ਬੜੇ ਜ਼ਾਬਤੇ 'ਚ ਰਹਿ ਕੇ ਦਿੱਤੇ ਨੇ। ਨਵਜੋਤ ਸਿੰਘ ਸਿੱਧੂ ਦੇ ਬਹੁਤ ਦੇਰ ਬਾਅਦ ਸੋਚ ਸਾਚ ਕੇ ਬੋਲੇ ਨੇ ਅਗਲੇ ਦਿਨ। ਚਰਨਜੀਤ ਸਿੰਘ ਚੰਨੀ ਨੂੰ ਉਸੇ ਵੇਲੇ ਸਪਸ਼ਟੀਕਰਨ ਦੇਣਾ ਪਿਆ, ਪਰ ਇਸ ਵੇਲੇ ਇਸ ਘਟਨਾਕ੍ਰਮ ਦਾ ਪੂਰਨ ਤੌਰ ਤੇ ਰਾਜਨੀਤੀਕਰਨ ਹੋ ਚੁੱਕਾ ਹੈ। ਹੁਣ ਜਿਹੜਾ ਅੱਜ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ, ਪਹਿਲਾਂ ਤੇ ਪੰਜਾਬ ਸਰਕਾਰ ਇਹੋ ਹੀ ਕਹਿੰਦੇ ਰਹੇ ਕਿ ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ, ਕੇਂਦਰੀ ਏਜੰਸੀ ਹੈ, ਫਲਾਨਾ ਹੈ, ਹੋਰ ਕਾਰਨ ਨੇ। ਪਰ ਇਸ ਵੇਲੇ ਜਿਹੜਾ ਸਰਦਾਰ ਪਟੇਲ ਦਾ ਇੱਕ ਬਿਆਨ ਹੈ, ਉਸ ਨੂੰ ਜਿਹੜਾ ਕੋਟ ਕੀਤਾ, ਉਹ ਕਈ ਤਰੀਕਿਆਂ ਨਾਲ, ਇੱਕ ਤੀਰ ਨਾਲ ਬਹੁਤ ਸਾਰੇ ਨਿਸ਼ਾਨੇ ਕੀਤੇ ਨੇ। ਇੱਕ ਤੇ ਇਹੋ ਜਿਹੇ ਬੰਦੇ ਦਾ ਉਹਨਾਂ ਨੇ ਕੋਟ ਦੇ ਦਿੱਤਾ ਜਿਸ ਤੇ ਭਾਜਪਾ ਨੂੰ ਸਹਿਜੇ ਕਿਤੇ ਉਂਗਲ ਉਠਾਉਣੀ ਜਿਹੜੀ ਆ ਉਹ ਉਹਨਾਂ ਨੂੰ ਗਵਾਰਾ ਨਹੀਂ ਹੋਵੇਗੀ। ਉਸ ਦੇ ਵੀ ਕਾਰਨ ਨੇ। ਜਵਾਹਰ ਲਾਲ ਨਹਿਰੂ ਤੇ ਕਈ ਜਗ੍ਹਾ ਕਿੰਤੂ ਪ੍ਰੰਤੂ ਭਾਜਪਾ ਵਾਲੇ ਕਰਦੇ ਰਹਿੰਦੇ ਨੇ ਕਿ ਆਪਣੇ ਪੁਰਾਣੇ ਕਈ ਕੰਮਾਂ ਕਰਕੇ ਲਓ ਜੀ ਇਹ ਫੈਸਲਾ ਨਹਿਰੂ ਸਾਹਿਬ ਦੇ ਵੇਲੇ ਲਿਆ ਗਿਆ ਸੀ, ਪਰ ਕਦੇ ਵੀ ਹੋਰ ਸਾਰੇ ਕਾਂਗਰਸੀਆਂ ਨੂੰ ਭਾਵੇਂ ਜਿੰਨਾ ਮਰਜ਼ੀ ਉਹ ਕੰਡੈਮ ਕਰਦੇ ਰਹੇ ਹੋਣ, ਪਰ ਕਦੇ ਵੀ ਸਰਦਾਰ ਪਟੇਲ ਨੂੰ ਕੰਡੈਮ ਨਹੀਂ ਕਰਦੇ। ਉਸ ਦੇ ਕਾਰਨ ਇਹ ਆ ਕਿ ਉਹਨਾਂ ਨੇ ਇੱਕ ਖਾਸ ਰਾਸ਼ਟਰਵਾਦੀ ਨੀਤੀ ਦਾ ਹਵਾਲਾ ਦਿੰਦੇ ਨੇ ਕਿ ਜਿਵੇਂ ਉਹਨਾਂ ਨੇ ਜਿਹੜੇ ਰਾਜਸ਼ਾਹੀ ਘਰਾਣੇ ਸਨ ਉਹਨਾਂ ਨੂੰ ਵਿੱਚ ਮਿਲਾ ਲਿਆ, ਉਹਨਾਂ ਰਿਆਸਤਾਂ ਨੂੰ ਵਿੱਚ ਮਿਲਾ ਕੇ ਇੱਕ ਕਰ ਦਿੱਤਾ।
ਇੱਕ ਰਾਸ਼ਟਰ ਸੰਘ ਦੀ ਜਿਹੜੀ ਸਥਾਪਨਾ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ। ਤੇ ਦੂਸਰਾ ਹੈ ਕਿ ਗੁਜਰਾਤੀ ਵੀ ਸਨ, ਗੁਜਰਾਤੀ ਸਨ, ਤੇ ਉਹਨਾਂ ਦਾ ਜਿਹੜਾ ਇੰਨਾ ਵੱਡਾ ਬੁੱਤ ਜਿਹੜਾ ਉੱਥੇ ਲਾਇਆ ਗਿਆ ਔਰ ਉਸ ਦਾ ਜਿੰਨਾ ਲਾਹਾ ਖੱਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਭਾਜਪਾ ਨੇ ਕੀਤੀ ਹੈ, ਹੋਰ ਕਿਸੇ ਨੇ ਨਹੀਂ ਕੀਤੀ। ਦੂਸਰਾ ਗੱਲ ਇਹ ਕਿ ਗੁਜਰਾਤ ਦੇ ਵਿੱਚ ਇੱਕ ਵੱਡਾ ਸਟੇਡੀਅਮ ਜਿਹੜਾ ਸੀ ਉਸ ਦਾ ਨਾਮ ਸਰਦਾਰ ਪਟੇਲ ਦੇ ਨਾਮ ਤੇ ਸੀ। ਉਸ ਸਟੇਡੀਅਮ ਨਾ ਰਹਿਣ ਦੇ ਕੇ ਉਸ ਨੂੰ ਡਿਵੈਲਪ ਕੀਤਾ ਗਿਆ, ਪੂਰਾ ਸਪੋਰਟਸ ਕੰਪਲੈਕਸ ਬਣਾਇਆ ਗਿਆ। ਉਸ ਸਪੋਰਟਸ ਕੰਪਲੈਕਸ ਦਾ ਨਾਮ ਜਿਹੜਾ ਸੀ ਪੂਰੇ ਵੱਡੇ ਦਾ, ਜਿਸ ਦੇ ਵਿੱਚ ਸਟੇਡੀਅਮ ਵੀ ਸ਼ਾਮਲ ਹੈ, ਉਸ ਦਾ ਨਾਮ ਸਰਦਾਰ ਪਟੇਲ ਹੀ ਰਹਿਣ ਦਿੱਤਾ ਗਿਆ ਤੇ ਸਟੇਡੀਅਮ ਦਾ ਨਾਮ ਜਿਹੜਾ ਸੀ ਨਰਿੰਦਰ ਮੋਦੀ ਰੱਖ ਦਿੱਤਾ ਗਿਆ। ਸੋ ਸਰਦਾਰ ਪਟੇਲ ਦੇ ਇਸ ਕੋਟ ਨੂੰ ਭਾਜਪਾ ਵਾਲੇ ਅਜੇ ਤੱਕ ਤਾਂ ਕੁਝ ਨਹੀਂ ਬੋਲੇ। ਜੇ ਉਹ ਕਹਿੰਦੇ ਨੇ ਕਿ ਹੁਣ ਉਸ ਦੀ ਕੋਈ ਨਿਖੇਧੀ ਕਰਦੇ ਨੇ ਤੇ ਫਿਰ ਗੋਲਮੋਲ ਉਸੇ ਤਰ੍ਹਾਂ ਦਾ ਬਿਆਨ ਦੇਣਾ ਪਏਗਾ ਕਿ ਸਰਦਾਰ ਪਟੇਲ ਦਾ ਹਵਾਲਾ ਦੇ ਕੇ ਤੁਸੀਂ ਜਿਹੜਾ ਹੈ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ। ਪਰ ਇਸ ਨੂੰ ਪੋਲੀਟੀਸਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਭਾਜਪਾ ਵੱਲੋਂ ਕੀਤੀ ਗਈ ਸੀ, ਉਸ ਦਾ ਇੱਕ ਕਰਾਰਾ ਤਕੜਾ ਜਵਾਬ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਜਾਂ ਉਹਨਾਂ ਦੇ ਕਿਸੇ ਸਲਾਹਕਾਰ ਨੇ ਜਾਂ ਜਿਹਨੇ ਵੀ ਦਿੱਤਾ ਉਹ ਦੇ ਦਿੱਤਾ ਜੀ। ਬਾਕੀ ਧਿਰਾਂ ਦੀ ਤੇ ਅਸੀਂ ਗੱਲ ਕਰ ਲਈ, ਪਰ ਅਸੀਂ ਕਿਸਾਨਾਂ ਵਾਲੀ ਧਿਰ ਦੀ ਗੱਲ ਨਹੀਂ ਕੀਤੀ, ਸੰਯੁਕਤ ਸਮਾਜ ਮੋਰਚਾ ਦੀ ਗੱਲ ਨਹੀਂ ਕੀਤੀ। ਕੁਲਦੀਪ ਜੀ, ਕਿੱਦਾਂ ਦੀ ਰਣਨੀਤੀ ਰਹੇਗੀ ਹੁਣ ਕਿਸਾਨਾਂ ਦੀ? ਕੀ ਕਰਨਗੇ ਕਿਸਾਨ? ਮੇਰਾ ਖਿਆਲ ਹੈ ਕਿ ਹੁਣ ਜਲਦੀ ਇਹ ਜਿਹੜੀ ਬਿੱਲੀ ਹੈ ਥੈਲਿਓ ਨਿਕਲ ਕੇ ਬਾਹਰ ਆ ਜਾਵੇਗੀ। ਹੁਣ ਜ਼ਿਆਦਾ ਦਿਨ ਨਹੀਂ ਪੈਣ ਵਾਲੇ। ਪਰ ਅਜੇ ਤੱਕ ਵੀ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਸਿਸਟਮ ਕੰਮ ਕਰਨ ਦਾ ਤਰੀਕਾ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਰਿਹਾ, ਉਸ ਨੂੰ ਗੌਰ ਨਾਲ ਵੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀ ਗੱਲਬਾਤ ਚੱਲੀ ਹੈ ਤੇ ਚੱਲ ਵੀ ਰਹੀ ਹੈ। ਇਸ ਬਾਰੇ ਕੁਝ ਸਾਨੂੰ ਸ਼ੱਕ ਨਹੀਂ ਹੈ। ਪਰ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਧੜਾ ਤੜ ਪਿਛਲੇ ਦਿਨਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਨੇ, ਉਸ ਤੋਂ ਕਈ ਲੋਕਾਂ ਨੂੰ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੀ ਫਿਰ ਜੇ ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਨੇ ਬਣਾਇਆ ਹੋਇਆ ਇੱਕ ਪੋਲੀਟੀਕਲ ਆਊਟਫਿਟ ਹੈ ਜਿਹੜਾ, ਉਹ ਇਸ ਦੇ ਨਾਲ ਫਿਰ ਸਮਝੌਤਾ ਸਿਰਫ ਸਪੋਰਟ ਦਾ ਹੋਵੇਗਾ ਕਿ ਵੋਟਾਂ ਜਾਂ ਸੀਟਾਂ ਦਾ ਨਹੀਂ ਹੋਵੇਗਾ। ਹੁਣ ਇਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਗੀਆਂ। ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਨਾਲ ਸੰਯੁਕਤ ਸਮਾਜ ਮੋਰਚੇ ਦੀ ਗੱਲਬਾਤ ਚੱਲ ਰਹੀ ਹੈ ਤੇ ਜਦੋਂ ਇਹ ਖੁੱਲ੍ਹ ਕੇ ਨਿੱਤਰ ਕੇ ਸਾਹਮਣਾ ਇਹ ਸਾਰਾ ਕੁਝ ਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਫਿਰ ਪਤਾ ਲੱਗੇਗਾ ਕਿ ਕਿਸਾਨਾਂ ਦਾ ਇੰਪੈਕਟ ਕੀ ਹੈ। ਤੇ ਪਰ ਓਵਰਆਲ ਜਿਹੜੀ ਸਥਿਤੀ ਜਿਵੇਂ ਮੈਂ ਦੇਖ ਰਿਹਾ ਸੀ ਕਿ ਜਦੋਂ ਸਿੰਘੂ ਮੋਰਚਾ ਜਦੋਂ ਲੱਗਾ ਹੋਇਆ ਸੀ ਤੇ ਅਕਸਰ ਸਟੇਜ ਤੋਂ ਬਹੁਤ ਸਾਰੇ ਲੋਕ ਆਖਿਆ ਕਰਦੇ ਸਨ ਕਿ ਅਸੀਂ ਪਹਿਲਾਂ ਹੁਣ ਕਿਸਾਨ ਆ, ਭਾਵੇਂ ਅਸੀਂ ਪਿੱਛੋਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹਾਂ, ਅਕਾਲੀਆਂ ਨਾਲ ਆ, ਕਾਂਗਰਸਾਂ ਨਾਲ ਆ, ਕਾਮਰੇਡਾਂ ਨਾਲ ਆ, ਜਾਂ ਕਿਸੇ ਦੇ ਨਾਲ ਵੀ, ਜਾਂ ਆਮ ਆਦਮੀ ਪਾਰਟੀ ਦੇ ਨਾਲ ਵੀ ਆ, ਪਰ ਉੱਥੇ ਅਸੀਂ ਕਿਸਾਨ ਬਣ ਕੇ ਪੁੱਜੇ ਹੋਏ ਆ। ਕਿਸਾਨ ਵੋਟਰ ਦੇ ਤੌਰ ਤੇ ਉੱਥੇ ਉਹ ਗਏ ਹੋਏ ਸਨ, ਪਾਰਟੀਆਂ ਦੇ ਵੋਟਰਾਂ ਦੇ ਤੌਰ ਤੇ ਉੱਥੇ ਕਿਸੇ ਆਗੂ ਨੂੰ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਕਿਸੇ ਰਾਜਨੀਤਿਕ ਆਗੂ ਨੂੰ ਸਟੇਜ ਦੇ ਨੇੜੇ ਫਟਕਣ ਨਹੀਂ ਦਿੱਤਾ ਗਿਆ। ਹੁਣ ਜਦੋਂ ਕਿਸਾਨ ਉੱਥੇ ਆਪਣਾ ਇੱਕ ਮੋਰਚਾ ਜਿੱਤ ਕੇ ਆ ਗਏ ਨੇ ਤੇ ਫਿਰ ਉਹ ਜਿਹੜਾ ਇੱਕ ਚੈਪਟਰ ਹੈ ਜਿਹੜਾ ਇੱਕ ਕਿਸਮ ਦਾ ਕਲੋਜ਼ ਹੋ ਜਾਂਦਾ ਹੈ। ਉਸ ਚੈਪਟਰ ਤੋਂ ਬਾਅਦ ਫਿਰ ਅਗਲਾ ਸ਼ੁਰੂ ਹੋ ਜਾਂਦਾ ਹੈ ਕਿ ਕੀ ਪਹਿਲੀਆਂ ਪੋਲੀਟੀਕਲ ਅਲਾਈਨਮੈਂਟਸ, ਕੀ ਰਾਜਨੀਤਿਕ ਜੋ ਪਹਿਲਾਂ ਸਾਡਾ ਉਹਨਾਂ ਨਾਲ ਪਾਰਟੀਆਂ ਨਾਲ ਚੱਲਣ ਦਾ ਤੌਰ ਤਰੀਕਾ ਸੀ, ਕੀ ਉਸੇ ਤਰ੍ਹਾਂ ਬਣੇ ਰਹੇਗਾ? ਲੱਗਦਾ ਹੈ ਕਿ ਫਿਰ ਉਸੇ ਤਰ੍ਹਾਂ ਹੀ ਬਣੇ ਰਹਿਣ ਦੀ ਸੰਭਾਵਨਾ ਹੈ। ਲੋਕ ਹੌਲੀ ਹੌਲੀ ਜਿੰਨਿਆਂ ਨੂੰ ਅਸੀਂ ਕਲੋਜ਼ਲੀ ਵੇਖਿਆ, ਉਹ ਹੌਲੀ ਹੌਲੀ ਉਸੇ ਤੰਤਰ ਨਾਲ ਪਾਰਟੀਆਂ ਨਾਲ ਦੁਬਾਰਾ ਵੱਜ ਰਹੇ ਨੇ ਜਿਸ ਨਾਲ ਉਹ ਕਿਸਾਨ ਮੋਰਚੇ ਵਿੱਚ ਜਾਣ ਤੋਂ ਪਹਿਲਾਂ ਜੁੜੇ ਹੋਏ ਸਨ। ਜੀ, ਜਾਂਦੇ ਜਾਂਦੇ ਗੱਲ ਕਰਦੇ ਹਾਂ ਜਿਹੜੀਆਂ ਇਟਲੀ ਤੋਂ ਫਲਾਈਟਸ ਆ ਰਹੀਆਂ ਨੇ। ਅੰਮ੍ਰਿਤਸਰ 'ਚ ਜਦੋਂ ਪਹਿਲੀ ਫਲਾਈਟ ਆਈ ਤੇ 125 ਜਿਹੜੇ ਕਰੋਨਾ ਪੋਜ਼ਿਟਿਵ ਮਰੀਜ਼ ਮਿਲੇ, ਫਿਰ 2 ਫਲਾਈਟਸ ਆਈਆਂ, 150 ਤੋਂ ਉੱਪਰ ਫਿਰ ਮਰੀਜ਼ ਮਿਲੇ ਤੇ ਕੁਝ ਦੀਆਂ ਰਿਪੋਰਟਸ ਬਾਕੀ ਆ। ਇਟਲੀ ਤੋਂ ਆਉਣ ਵਾਲੀਆਂ ਕਰੋਨਾ ਫਲਾਈਟਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜੋ ਕਰੋਨਾ ਟੈਸਟ ਰਿਪੋਰਟਸ ਨੂੰ ਲੈ ਕੇ ਜੋ ਮੈਂ ਲਫ਼ਜ਼ ਵਰਤਾਂਗਾ ਬੇਇੱਜ਼ਤੀ ਬਾਹਰਲੇ ਦੇਸ਼ਾਂ ਦੇ, ਵਿਕਸਿਤ ਦੇਸ਼ਾਂ ਦੇ ਸਾਹਮਣੇ ਅਸੀਂ ਪਿਛਲੇ ਜਦੋਂ ਇੱਥੇ ਦੂਸਰੀ ਲਹਿਰ ਆ ਗਈ ਸੀ ਉਦੋਂ ਕਰਵਾਈ ਹੈ, ਉਸੇ ਤਰ੍ਹਾਂ ਦਾ ਕੰਮ ਫਿਰ ਸ਼ੁਰੂ ਹੋ ਗਿਆ। ਤੁਹਾਨੂੰ ਪਤਾ ਹੈ ਕਿ ਕੁੰਭ ਦੇ ਮੇਲੇ ਦੌਰਾਨ ਟੈਸਟਿੰਗ ਲੈਬਸ ਦੀ ਅਜੇ ਵੀ ਜਾਂਚ ਚੱਲ ਰਹੀ ਹੈ, ਜਿਹੜੀ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਸੀ। ਝੂਠੇ ਟੈਸਟ ਕਰਕੇ ਸਰਕਾਰਾਂ ਤੋਂ ਪੈਸੇ ਉਗਰਾ ਕੇ ਸਰਕਾਰੀ ਤੰਤਰ ਜਾਂ ਕੁਝ ਪ੍ਰਾਈਵੇਟ ਅਦਾਰਿਆਂ ਨਾਲ ਮਿਲੀ ਭੁਗਤ ਦੇ ਜ਼ਰੀਏ ਲੋਕਾਂ ਦੇ ਖਾਮ-ਖਾ ਕੋਵਿਡ ਪੋਜ਼ਿਟਿਵ ਟੈਸਟ ਜਿਹੜੇ ਸੀ ਉਹ ਦੱਸੇ ਗਏ। ਇਟਲੀ ਤੋਂ ਫਲਾਈਟ ਆਉਂਦੀ ਹੈ, 125 ਦੇ ਲਾਗੇ ਜਿਹੜਾ ਯਾਤਰੀ ਹੈ ਦੱਸਿਆ ਜਾਂਦਾ ਕਿ ਪੋਜ਼ਿਟਿਵ ਹੈ, ਤੇ ਮੀਡੀਆ ਵਿੱਚ ਕਰੋਨਾ ਧਮਾਕਾ, ਕਰੋਨਾ ਬਲਾਸਟ, ਇਟਲੀ ਤੋਂ ਫਲਾਨਾ ਜੀ। ਫਿਰ ਰਾਤ ਨੂੰ ਖਬਰ ਆਉਂਦੀ ਹੈ ਕਿ ਉੱਥੇ ਹੰਗਾਮਾ ਵੀ ਹੁੰਦਾ ਏਅਰਪੋਰਟ ਤੇ। ਉਹ ਸਾਰੇ ਮਰੀਜ਼ ਕਹਿੰਦੇ ਨੇ ਕਿ ਤੁਸੀਂ ਇਹ ਕਰ ਕੀ ਰਹੇ ਹੋ, ਸਾਨੂੰ ਅਸੀਂ ਟੈਸਟ ਕਰਵਾ ਕੇ ਆਏ ਆ, ਤੁਸੀਂ ਕੁਝ ਡਰਦੇ ਹੀ ਭੱਜ ਗਏ। ਉਹ ਹਸਪੀਟਲ ਵਿੱਚੋਂ ਭੱਜ ਗਏ। ਹੁਣ ਉਹਨਾਂ ਨੂੰ ਪੁਲਿਸ ਲੱਭਦੀ ਫਿਰਦੀ ਹੈ। ਫਿਰ ਇੱਕ ਹੋਰ ਫਲਾਈਟ ਆਉਂਦੀ ਹੈ ਅਗਲੇ ਦਿਨ, 170 ਕੇ 72 ਮਰੀਜ਼ ਕਹਿੰਦੇ ਨੇ ਫੇਰ ਪੋਜ਼ਿਟਿਵ ਪਾਏ ਗਏ ਨੇ।
ਪਤਾ ਨਹੀਂ ਕਿਹੜੇ ਸਵਾਬਸ, ਕਿਹੜੀ ਟੈਸਟਿੰਗ ਦਾ ਤਰੀਕਾ, ਕਿਹੜੀ ਮਸ਼ੀਨ ਉਹਨਾਂ ਨੇ ਉੱਥੇ ਰੱਖੀ ਹੋਈ ਸੀ। ਅਖੀਰ ਫੇ ਅੰਮ੍ਰਿਤਸਰ ਦੇ ਜਿਹੜੇ SMO ਸੀ, ਸੀਨੀਅਰ ਮੈਡੀਕਲ ਆਫੀਸਰ, ਉਹ ਬੋਲੇ ਨੇ ਕਿ ਭਾਈ ਇਸ ਲੈਬ ਵਾਲਿਆਂ ਦੀ ਛੁੱਟੀ ਕਰੋ ਤੇ ਕਿਸੇ ਹੋਰ ਨੂੰ ਲਾਓ। ਹੁਣ ਹੋਰ ਨੂੰ ਇੱਕ ਪਸੀਨ ਲੈਬੋਰਟਰੀਜ਼ ਜਿਹੜੀਆਂ ਹਨ ਉਹਨਾਂ ਨੂੰ 에ਅਰਪੋਰਟ ਤੇ ਠੇਕਾ ਦਿੱਤਾ ਗਿਆ ਤੇ ਪਹਿਲੀ ਲੈਬੋਰਟਰੀ ਨੂੰ ਉੱਥੋਂ ਲਾਂਭੇ ਕਰ ਦਿੱਤਾ ਗਿਆ ਤੇ ਟੈਸਟ ਦੀ ਕੀਮਤ ਕਹਿੰਦੇ ਨੇ ਕਿ ਦੁੱਗਣੀ ਕਰ ਦਿੱਤੀ ਗਈ ਹੈ। ਹੁਣ ਇਹ ਸਾਰਾ ਭੰਬਲ ਭੂਸੇ ਵਾਲੀ ਸਥਿਤੀ, ਮੈਂ ਸਮਝਦਾ ਕਿ ਇੰਟਰਨੈਸ਼ਨਲ ਯਾਤਰੀਆਂ ਨੂੰ ਅਸੀਂ ਇਸ ਤਰ੍ਹਾਂ ਖੱਜਲ ਖੁਆਰ ਕਰਾਂਗੇ ਤੇ ਫਿਰ ਇਹ ਦੇਖ ਲਓ ਕਿ ਇੱਥੋਂ ਜਿਹੜੇ ਜਾਣ ਵਾਲੇ ਨੇ ਵਿਦੇਸ਼ਾਂ ਨੂੰ, ਉਹਨਾਂ ਨੂੰ ਅਗਰ ਜੇ ਕੋਈ ਸਾਨੂੰ ਖੱਜਲ ਖੁਆਰ ਇਸ ਤਰ੍ਹਾਂ ਕਰਨ ਲੱਗਾ ਤੇ ਫਿਰ ਭਾਰਤ ਸਰਕਾਰ ਨੂੰ ਚੰਗਾ ਨਹੀਂ ਲੱਗਣਾ। ਇਹ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਉੱਥੇ ਬਣਦੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਰਿਪੋਰਟਸ ਜਾਂ ਇੱਕ ਕੀ ਲੈਬੋਰਟਰੀ ਦਾ ਸਿਸਟਮ, ਕੀ ਆਪਣਾ ਸਿਸਟਮ ਜਿਹੜਾ ਹੈ ਟੈਸਟਿੰਗ ਦਾ, ਅਸੀਂ ਅੱਜ ਤੱਕ ਇੰਨਾ ਮਜ਼ਬੂਤ ਬਣਾ ਹੀ ਨਹੀਂ ਸਕੇ। ਅੰਮ੍ਰਿਤਸਰ ਜਿਹੜਾ ਹੈ ਪੰਜਾਬ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਹੈ ਜਿੱਥੇ ਚੰਗੀਆਂ ਮੈਡੀਕਲ ਫੈਸਿਲਿਟੀਜ਼ ਹਨ, ਔਰ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਦਾ ਨੰਬਰ ਆਉਂਦਾ, ਜਲੰਧਰ ਦਾ ਵੀ ਆਉਂਦਾ। ਤੇ ਕੀ ਗੱਲ ਹੈ, ਉੱਥੇ ਅਸੀਂ ਪ੍ਰੋਪਰ ਟੈਸਟਿੰਗ ਨਹੀਂ ਕਰ ਸਕਦੇ। ਜਿਹੜਾ ਪੈਸੇਂਜਰ ਆਉਂਦਾ ਹੈ ਉਹ ਕੋਈ ਖਾਸ ਕਿਸਮ ਦੀ ਰਿਪੋਰਟ ਲੈ ਕੇ ਆਉਂਦਾ ਹੈ, ਉਹ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਟੈਸਟ ਕਰੋ, ਇੱਕ ਟੈਸਟ ਕਰੋ, ਦੋ ਕਰੋ, ਜਾਇਜ਼ ਉਹਨਾਂ ਤੋਂ ਫੀਸ ਲਓ ਤੇ ਕਿਉਂ ਤੰਗ ਕਰਦੇ ਹੋ? ਇਹ ਆਪਣੇ ਤੰਤਰ ਦੇ ਵਿੱਚ ਨੁਕਸ ਹੈ। ਹੋ ਸਕਦਾ ਉਹਨਾਂ ਵਿੱਚੋਂ ਕੁਝ ਜਿਹੜੇ ਯਾਤਰੀ ਨੇ ਪੋਜ਼ਿਟਿਵ ਵੀ ਹੋਣ, ਪਰ ਓਵਰਆਲ ਫੇਰ ਇਹ ਬੇਇੱਜ਼ਤੀ ਕਰਵਾਉਣ ਵਾਲੀ ਗੱਲ ਹੈ। ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ। ਕੁਲਦੀਪ ਜੀ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਖੁਸ਼ੀ ਸਾਡੀ।